ਸਾਰੇ ਆਪਣੇ ਹੱਥਾਂ ਨੂੰ ਉਠਾਓ ਆਪਣੇ ਹੱਥਾਂ ਨੂੰ ਅੱਜ ਇਸ ਵਚਨ ਦੇ ਲਈ। ਬੋਲੋ ਪਰਮੇਸ਼ਰ, ਮੈਂ ਜਿੰਨਾ ਵਚਨ ਸੁਣਾ 100 ਗੁਣਾ ਫਲਾਂ ਨੂੰ ਲੈ ਕੇ ਆਵਾਂ। ਅੰਧਕਾਰ ਦੀਆਂ ਸ਼ਕਤੀਆਂ ਇਸ ਵਚਨ ਨੂੰ ਚਲਾ ਨਾ ਸਕਣ। ਮੇਰਾ ਪਰਸਨਲੀ ਵਿਸ਼ਵਾਸ ਹੈ ਕਿ ਜਿੰਨਾ ਅੱਜ ਵਚਨ ਤੁਸੀਂ ਸੁਣੋਗੇ 100 ਗੁਣਾ ਫਲਾਂ ਨੂੰ ਲੈ ਕੇ ਆਵਾਂਗੇ। ਆਪਣੇ ਹੱਥਾਂ ਨੂੰ ਉਠਾਓ ਔਰ ਅੰਗੀਕਾਰ ਕਰੋ ਮੇਰੇ ਨਾਲ ਇੱਕ ਮਨ ਹੋ ਕੇ। ਬੋਲੋ ਪਰਮੇਸ਼ਰ, ਜਿੰਨਾ ਵਚਨ ਅੱਜ ਤੱਕ ਮੈਂ ਸੁਣਾ ਪਰਮੇਸ਼ਰ ਮੈਂ 100 ਗੁਣਾ ਫਲਾਂ ਨੂੰ ਲੈ ਕੇ ਮੰਗਾਂਗੇ। ਆਪਣੇ ਹੱਥਾਂ ਨੂੰ ਉਠਾ ਕੇ ਕੁਝ ਸੈਕਿੰਡ ਦੇ ਲਈ ਪ੍ਰਭੂ ਯਿਸੂ ਮਸੀਹ ਦੇ ਸਾਮਰਥੀ ਨਾਮ ਦੇ ਵਿੱਚ ਅਸੀਂ ਮੰਗਦੇ ਹਾਂ। ਆਮੀਨ। ਥੈਂਕ ਯੂ ਲੋਰਡ। ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪਰਮੇਸ਼ਰ ਦੀ ਜੀਵਿਤ ਹਜ਼ੂਰੀ ਦੇ ਵਿੱਚ। ਮੇਰਾ ਪਰਸਨਲੀ ਵਿਸ਼ਵਾਸ ਹੈ ਕਿ ਇਸ ਪ੍ਰੋਗਰਾਮ ਦੇ ਜ਼ਰੀਏ ਤੁਹਾਡੀ ਜ਼ਿੰਦਗੀਆਂ ਦੇ ਵਿੱਚ ਗਹਿਰੇ ਵਚਨ ਜਾਣਗੇ ਔਰ ਤੁਸੀਂ ਜਦੋਂ ਇਸ ਵਚਨ ਨੂੰ ਲਗਾਤਾਰ ਸੁਣਦੇ ਜਾਓਗੇ, ਇਸ ਪ੍ਰੋਗਰਾਮ ਨੂੰ ਲਗਾਤਾਰ ਦੇਖਦੇ ਜਾਓਗੇ, ਤੁਹਾਡੀ ਜ਼ਿੰਦਗੀਆਂ ਸੇਮ ਨਹੀਂ ਰਹਿਣਗੀਆਂ। ਹਾਲੇਲੂਇਆ। तो एक बार फिर तो ਤੁਹਾਡਾ ਸਵਾਗਤ ਹੈ ਪਰਮੇਸ਼ਰ ਦੀ ਜੀਵਿਤ ਹਜ਼ੂਰੀ ਦੇ ਵਿੱਚ ਔਰ ਜਿਹਦਾ ਜੀਵਿਤ ਵਚਨ ਜਦੋਂ ਤੁਹਾਡੀ ਜ਼ਿੰਦਗੀਆਂ 'ਚ ਜਾਏਗਾ ਇਹ ਕੰਮ ਕਰੇਗਾ ਔਰ ਤੁਸੀਂ ਸੇਮ ਨਹੀਂ ਹੋਗੇ। ਹਾਲੇਲੂਇਆ। ਅੱਜ ਦਾ ਵਚਨ ਜੋ ਪਰਮੇਸ਼ਰ ਨੇ ਮੈਨੂੰ ਤੁਹਾਡੇ ਲਈ ਦਿੱਤਾ, ਇਸ ਨੂੰ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗਾ, ਇਸ ਨੂੰ ਵੰਡਾਂਗਾ ਤੁਹਾਡੇ ਲਈ ਕਿ ਪਰਮੇਸ਼ਰ ਮੈਨੂੰ ਮੇਰੀ ਜ਼ਿੰਦਗੀ ਦੇ ਵਿੱਚ ਹੋਰ ਵਰਲਡ ਨੂੰ ਦੇਵੇ ਔਰ ਮੈਂ ਤੁਹਾਡੀ ਜ਼ਿੰਦਗੀਆਂ 'ਚ ਹੋਰ ਵਰਲਡ ਨੂੰ ਰਿਲੀਜ਼ ਕਰ ਸਕਾਂ। ਤੁਸੀਂ ਇਸ ਵਚਨ ਨੂੰ ਸੁਣੋ ਔਰ ਉਸ ਦੇ ਮੁਤਾਬਿਕ ਆਪਣੇ ਜੀਵਨ ਨੂੰ ਬਣਾ ਸਕੋ ਔਰ ਉਸ ਦੇ ਵਚਨਾਂ ਨੂੰ ਪੂਰਾ ਕਰ ਸਕੋ ਔਰ ਖੁਦਾ ਤੁਹਾਡੀ ਜ਼ਿੰਦਗੀਆਂ ਦੇ ਵਿੱਚ ਕੰਮ ਕਰੇ। ਹਾਲੇਲੂਇਆ। ਸੋ ਅਸੀਂ ਜਦੋਂ ਪਰਮੇਸ਼ਰ ਦੇ ਵਚਨਾਂ ਨੂੰ ਪੜ੍ਹਦੇ ਹਾਂ, ਜਦੋਂ ਅਸੀਂ ਪਰਮੇਸ਼ਰ ਦੀਆਂ ਗਹਿਰੀਆਂ ਸਟੱਡੀ ਦੇ ਦੁਆਰਾ ਪਰਮੇਸ਼ਰ ਦੇ ਵਚਨ ਨੂੰ ਪੜ੍ਹਦੇ ਹਾਂ ਤਾਂ ਬਹੁਤ ਸਾਰੀਆਂ ਗੱਲਾਂ ਪਰਮੇਸ਼ਰ ਦਾ ਪ੍ਰਕਾਸ਼ ਤੁਹਾਡੀਆਂ ਜ਼ਿੰਦਗੀਆਂ ਤੇ ਉੱਭਰਦਾ ਵਾ। ਔਰ ਜਦੋਂ ਤੁਸੀਂ ਉਸ ਪ੍ਰਕਾਸ਼ ਨੂੰ ਪਾ ਕੇ ਆਪਣੀ ਜ਼ਿੰਦਗੀ ਦੇ ਵਿੱਚ ਚੱਲਦੇ ਆ ਤੇ ਤੁਹਾਡੀ ਲਾਈਫ ਦੂਸਰਿਆਂ ਲੋਕਾਂ ਤੋਂ ਅਲੱਗ ਹੁੰਦੀ ਹੈ। ਹਾਲੇਲੂਇਆ। ਬਾਈਬਲ ਦੇ ਵਿੱਚ ਅਗਰ ਅਸੀਂ ਧਿਆਨ ਨਾਲ ਦੇਖੀਏ ਤੇ ਜੋ ਪਰਮੇਸ਼ਰ ਦੇ ਨਾਲ ਕਨੈਕਟਡ ਲੋਕ ਸੀਗੇ ਉਹ ਪਰਮੇਸ਼ਰ ਦੇ ਜ਼ਿਆਦਾ ਕੰਮਾਂ ਨੂੰ ਕਰ ਸਕੇ। ਕੁਝ ਲੋਕ ਐਸੇ ਸੀਗੇ ਬਾਈਬਲ ਦੇ ਵਿੱਚ ਲਿਖਿਆ ਜੋ ਪਰਮੇਸ਼ਰ ਦੇ ਨਾਲ ਰਹਿੰਦੇ ਸੀਗੇ, ਪਰਮੇਸ਼ਰ ਦੇ ਨਾਲ ਯਹੂਦੀ ਸੀਗੇ, ਪਰਮੇਸ਼ਰ ਨੂੰ ਮੰਨਣ ਵਾਲੇ ਲੋਕ ਸੀ, ਲੇਕਿਨ ਬਾਈਬਲ ਦੱਸਦੀ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਪਰਮੇਸ਼ਰ ਉੱਦਾਂ ਦੇ ਕੰਮ ਨਹੀਂ ਕਰ ਸਕਿਆ ਕਿਉਂਕਿ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕਦੇ ਪਾਪ ਔਰ ਕਦੇ ਪਵਿੱਤਰਤਾ ਹੀ ਸੀ। ਹਾਲੇਲੂਇਆ। ਕਾਰਨ ਸੀਗਾ ਉਹਨਾਂ ਦਾ ਪਰਮੇਸ਼ਰ ਦੇ ਨਾਲ ਸੰਗਤੀ ਨਾ ਹੋਣਾ, ਕਾਰਨ ਸੀਗਾ ਉਹਨਾਂ ਲੋਕਾਂ ਦੇ ਨਾਲ ਸੰਗਤੀ ਹੋਣਾ ਜੋ ਲੋਕ ਉਹਨਾਂ ਨੂੰ ਵਧਣ ਦੇ ਬਜਾਏ ਪਿੱਛੇ ਖਿੱਚ ਰਹੇ ਸੀ। ਹਾਲੇਲੂਇਆ। ਅਗਰ ਅਸੀਂ ਧਿਆਨ ਦੇ ਨਾਲ ਬਾਈਬਲ ਦੇ ਵਿੱਚ ਦੇਖੀਏ ਤੇ ਪਰਮੇਸ਼ਰ ਨੇ ਕਿਹਾ ਕਿ ਮੇਰੀ ਆਤਮਾ ਦੇ ਨਾਲ ਤੁਸੀਂ ਸੰਗਤੀ ਕਰੋ ਕਿ ਜਦੋਂ ਪਰਮੇਸ਼ਰ ਦੀ ਰੂਹ ਦੇ ਨਾਲ ਅਸੀਂ ਸੰਗਤੀ ਕਰਾਂਗੇ ਤੁਸੀਂ ਉਹਦੇ ਨਾਲ ਇੱਕ ਆਤਮਾ ਹੋ ਜਾਓਗੇ। ਹਾਲੇਲੂਇਆ। ਕੁਰਿੰਥੀਆਂ ਦੇ ਵਿੱਚ ਇਹ ਵਚਨ ਲਿਖਿਆ ਹੋਇਆ। ਮੈਂ ਪੜਾਂਗਾ ਸਾਰੇ ਵਚਨਾਂ ਨੂੰ ਤੁਹਾਡੇ ਨਾਲ, ਹੌਲੀ ਹੌਲੀ ਤੁਹਾਨੂੰ ਸਾਰੇ ਵਚਨਾਂ ਦਾ ਭੇਦ ਦੇਵਾਂਗਾ ਜਿਸ ਤਰ੍ਹਾਂ ਪਰਮੇਸ਼ਰ ਦਾ ਵਚਨ ਦੱਸਦਾ। ਅਸੀਂ ਸ਼ੁਰੂਆਤ ਕਰਦੇ ਹਾਂ, ਸਭ ਜਨ ਖੋਲਾਂਗੇ ਅਸੀਂ ਨੀਤੀ ਵਚਨ 13 ਔਰ ਉਸਦੇ 20ਵੀਂ ਆਇਤ ਨੂੰ ਮੈਂ ਪੜਾਂਗਾ ਤੁਹਾਡੇ ਨਾਲ। ਲਿਖਿਆ ਇੱਥੇ ਕਿ ਬੁੱਧੀਮਾਨਾਂ ਦੀ ਸੰਗਤੀ ਕਰ ਤਾਂ ਤੂੰ ਵੀ ਬੁੱਧੀਮਾਨ ਹੋ ਜਾਵਾਂਗਾ, ਪਰੰਤੂ ਮੂਰਖ ਦਾ ਸਾਥੀ ਨਸ਼ਟ ਹੋ ਜਾਏਗਾ। ਹਾਲੇਲੂਇਆ। ਫਿਰ ਤੋਂ ਪੜਾਂਗੇ ਇਸ ਆਇਤ ਨੂੰ। ਅਗਰ ਧਿਆਨ ਨਾਲ ਤੁਸੀਂ ਆਪਣੀ ਬਾਈਬਲ ਨੂੰ ਖੋਲ ਲਿੱਤਾ ਤਾਂ ਤੁਸੀਂ ਇਸ ਵਚਨ ਨੂੰ ਧਿਆਨ ਦੇ ਨਾਲ ਪੜਨਾ। ਲਿਖਿਆ ਬੁੱਧੀਮਾਨਾਂ ਦੀ ਸੰਗਤੀ ਕਰ ਤਦ ਤੂੰ ਵੀ ਬੁੱਧੀਮਾਨ ਹੋ ਜਾਏਗਾ, ਪਰੰਤੂ ਮੂਰਖ ਦਾ ਸਾਥੀ ਕਹਿੰਦਾ ਨਸ਼ਟ ਹੋ ਜਾਏਗਾ। ਹੁਣ ਬਾਈਬਲ ਦੇ ਵਿੱਚ ਜਿਸ ਤਰ੍ਹਾਂ ਮੈਂ ਤੁਹਾਨੂੰ ਸ਼ੁਰੂਆਤ ਤੋਂ ਦੱਸਿਆ ਕਿ ਬਾਈਬਲ ਦੇ ਵਿੱਚ ਪਰਮੇਸ਼ਰ ਕੀ ਕਹਿੰਦਾ ਕਿ ਬੁੱਧੀਮਾਨ ਦੀ ਸੰਗਤੀ ਕਰ ਕਿ ਤੂੰ ਵੀ ਬੁੱਧੀਮਾਨ ਹੋਵੇ ਔਰ ਮੇਰੇ ਨਾਲ ਮੇਲ ਮਿਲਾਪ ਕਰ ਸਕੇ। ਕਿਉਂਕਿ ਜਦੋਂ ਅਸੀਂ ਮੂਰਖ ਲੋਕਾਂ ਦੇ ਨਾਲ ਅਸੀਂ ਆਪਣੀ ਫਰੈਂਡਸ਼ਿਪ ਫੈਲੋਸ਼ਿਪ ਕਰਦੇ ਹਾਂ ਤੇ ਅਸੀਂ ਵਧਣ ਦੇ ਬਜਾਏ ਪਿੱਛੇ ਨੂੰ ਕਰਦੇ ਹਾਂ, ਚਾਹੇ ਤੁਸੀਂ ਮਸੀਹ ਹੋ ਚਾਹੇ ਤੁਸੀਂ ਨਹੀਂ ਮਸੀਹ ਹੋ। ਅਗਰ ਤੁਸੀਂ ਧਿਆਨ ਦੇ ਨਾਲ ਉਹਨਾਂ ਲੋਕਾਂ ਨੂੰ ਦੇਖੋ ਜੋ ਖੁਦਾਵੰਦ ਨੂੰ ਮੰਨਣ ਵਾਲੇ ਲੋਕ ਆ, ਲੇਕਿਨ ਉਹਨਾਂ ਦੀ ਸੰਗਤੀ ਕਿੰਨਾ ਲੋਕਾਂ ਨਾਲ ਆ। ਉਹਨਾਂ ਦੀ ਸੰਗਤੀ ਉਹ ਲੋਕਾਂ ਨਾਲ ਆ, ਸ਼ਰਾਬੀਆਂ ਨਾਲ ਆ, ਗੰਦੇ ਕੰਮ ਕਰਨ ਵਾਲੇ ਲੋਕਾਂ ਨਾਲ ਆ, ਬੇਵਿਚਾਰੀਆਂ ਨਾਲ, ਬਹੁਤ ਸਾਰੇ ਲੋਕਾਂ ਨਾਲ ਆ। ਅਗਰ ਤੁਸੀਂ ਧਿਆਨ ਨਾਲ ਦੇਖੋ ਉਹ ਲੋਕ ਪਰਮੇਸ਼ਰ ਦਾ ਕੰਮ ਉੱਦਾਂ ਦਾ ਨਹੀਂ ਕਰ ਪਾਉਂਦੇ, ਉਹ ਪਰਮੇਸ਼ਰ ਨੂੰ ਪ੍ਰਸੰਨ ਨਹੀਂ ਕਰ ਪਾਉਂਦੇ। ਹਾਂ, ਕਿਸੇ ਸਮੇਂ ਉਹਨਾਂ ਦੀ ਲਾਈਫ ਇੱਦਾਂ ਦੀ ਹੁੰਦੀ ਹੈ ਕਿ ਅੱਗੇ ਵਧ ਰਹੀ ਹੁੰਦੀ ਆ ਔਰ ਪਰਮੇਸ਼ਰ ਦਾ ਪਵਿੱਤਰਤਾਈ ਦੇ ਨਾਲ ਕੰਮ ਕਰ ਰਹੇ, ਲੇਕਿਨ ਸੰਗਤ ਮਾੜੀ ਹੋਣ ਦੇ ਕਾਰਨ ਉਹਨਾਂ ਦੀ ਲਾਈਫ ਵਿੱਚ ਗਿਰਾਵਟ ਆਉਂਦੀ ਆ। ਕਿਉਂਕਿ ਜਿਹੜੇ ਦੋਸਤਾਂ ਦੇ ਨਾਲ, ਜਿਹੜੇ ਮਿੱਤਰਾਂ ਦੇ ਨਾਲ ਪਰਮੇਸ਼ਰ ਨਾਲੋਂ ਵੱਧ ਆਪਣੇ ਕੰਮ, ਆਪਣੇ ਬਿਜ਼ਨਸ ਦੇ ਵਿੱਚ ਟਾਈਮ ਸਪੈਂਡ ਕਰਦੇ, ਉਹਨਾਂ ਦਾ ਪ੍ਰਭਾਵ ਉਹਨਾਂ ਦੀ ਜ਼ਿੰਦਗੀ ਤੇ ਪੈਂਦਾ। ਹਾਲੇਲੂਇਆ। ਪੌਲਸ ਕਹਿੰਦਾ ਕਿ ਇੱਦਾਂ ਦਾ ਕੋਈ ਸ਼ਹਿਰ, ਇੱਦਾਂ ਦਾ ਕੋਈ ਸਟੇਟ, ਇੱਦਾਂ ਦੀ ਕੋਈ ਨਗਰ, ਇੱਦਾਂ ਦਾ ਕੋਈ ਕੋਨਾ ਨਹੀਂ ਜਿੱਥੇ ਤੁਹਾਨੂੰ ਬੇਵਿਚਾਰੀ, ਜਿੱਥੇ ਤੁਹਾਨੂੰ ਇੱਦਾਂ ਦੇ ਲੋਕ ਨਾ ਮਿਲਣ। ਲੇਕਿਨ ਤੁਸੀਂ ਆਪਣੇ ਆਪ ਨੂੰ ਬਣਾ ਕੇ ਰੱਖਣਾ। ਹਾਲੇਲੂਇਆ। ਤੁਸੀਂ ਹੈਲੋ ਹਾਈ ਕਰ ਸਕਦੇ ਆ, ਲੇਕਿਨ ਤੁਸੀਂ ਜ਼ਿਆਦਾ ਉਹਨਾਂ ਨਾਲ ਕਨੈਕਟਡ ਨਹੀਂ ਰਹਿ ਸਕਦੇ ਕਿਉਂਕਿ ਤੁਹਾਨੂੰ ਪਤਾ ਤੁਸੀਂ ਇੱਕ ਮਸੀਹ ਦੇ ਬੱਚੇ ਹੋ ਔਰ ਤੁਸੀਂ ਇੱਕ ਦਰਸ਼ਨ ਪਾਏ ਹੋਏ ਬੱਚੇ ਹੋ। ਤੁਸੀਂ ਖੁਦਾ ਦੀ ਖਾਸ ਪ੍ਰਜਾ, ਨਿੱਜ ਪ੍ਰਜਾ ਜਿਹਨੂੰ ਪਰਮੇਸ਼ਰ ਨੇ ਚੁਣ ਕੇ ਖਾਸ ਕਿਹਾ ਕਿ ਤੁਸੀਂ
ਨਿਜ ਪ੍ਰਜਾ। ਔਰ ਅਸੀਂ ਉਹ ਲੋਕਾਂ ਦੇ ਵਾਂਗ ਆਪਣੀ ਜ਼ਿੰਦਗੀ ਨੂੰ ਨਹੀਂ ਚਲਾ ਸਕਦੇ ਜਿਸ ਤਰ੍ਹਾਂ ਦੂਸਰੇ ਲੋਕ ਚਲਾਉਂਦੇ ਆ। ਦੂਸਰੇ ਲੋਕ ਸ਼ਾਮ ਦੇ ਟਾਈਮ ਸ਼ਰਾਬ ਦੀਆਂ ਪਾਰਟੀਆਂ ਕਰਦੇ, ਅਲੱਗ-ਅਲੱਗ ਤਰੀਕੇ ਦੀਆਂ ਪਾਰਟੀਆਂ ਕਰਦੇ, ਲੇਕਿਨ ਇੱਕ ਮਸੀਹ ਬੰਦਾ ਇਸ ਤਰੀਕੇ ਦੀਆਂ ਪਾਰਟੀਆਂ ਨੂੰ ਅਟੈਂਡ ਨਹੀਂ ਕਰ ਸਕਦਾ, ਇਸ ਤਰ੍ਹਾਂ ਦੀਆਂ ਪਾਰਟੀਆਂ ਨਹੀਂ ਕਰ ਸਕਦਾ, ਨਸ਼ਾ ਨਹੀਂ ਕਰ ਸਕਦਾ, ਬਹੁਤ ਸਾਰੇ ਕੰਮ ਨਹੀਂ ਕਰ ਸਕਦਾ। ਲੇਕਿਨ ਜਦੋਂ ਸਾਡੀ ਸੰਗਤ ਐਸੇ ਲੋਕਾਂ ਨਾਲ ਹੁੰਦੀ ਆ, ਅਸੀਂ ਨਾ ਚਾਹੁੰਦੇ ਹੋਏ ਵੀ ਪਵਿੱਤਰਤਾਈ ਦੇ ਵਿੱਚ ਹੁੰਦੇ ਹੋਏ ਵੀ ਉਹਨਾਂ ਦੇ ਨਾਲ ਐਗਰੀ ਹੁੰਦੇ ਆ, ਔਰ ਉਹਨਾਂ ਦੀ ਜਗ੍ਹਾਵਾਂ 'ਤੇ ਵੀ ਜਾਂਦੇ ਆ, ਔਰ ਉਹਨਾਂ ਦੀਆਂ ਸ਼ਰਾਬਾਂ ਵਾਲੀਆਂ ਪਾਰਟੀਆਂ ਨੂੰ ਵੀ ਅਟੈਂਡ ਕਰਦੇ ਆ, ਵਿਆਹ ਸ਼ਾਦੀਆਂ ਨੂੰ ਵੀ ਅਟੈਂਡ ਕਰਦੇ ਆ, ਔਰ ਉੱਥੇ ਖੁਦਾ ਦਾ ਆਤਮਾ ਸਾਡੀ ਜ਼ਿੰਦਗੀ ਤੋਂ ਟੁੱਟਦਾ, ਔਰ ਖੁਦਾ ਦਾ ਜਦੋਂ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਪਰਮੇਸ਼ਰ ਦੇ ਕੰਮਾਂ ਨੂੰ ਹੁੰਦੇ ਹੋਏ ਦੇਖਣਾ ਚਾਹੁੰਦੇ ਹਾਂ, ਪਰ ਉਹ ਕੰਮ ਉੱਥੇ ਰੁਕ ਜਾਂਦੇ ਹੁੰਦੇ ਨਹੀਂ। ਕਾਰਨ ਸਾਡਾ ਸੰਗਤੀ ਦਾ ਗਲਤ ਹੋਣਾ, ਕਾਰਨ ਕਿ ਅਸੀਂ ਫਿਰ ਨਾਸ਼ ਦੇ ਵੱਲ ਵੱਧਦੇ ਹਾਂ, ਤੇ ਫਿਰ ਅਸੀਂ ਪਰਮੇਸ਼ਰ ਨੂੰ ਕਈ ਵਾਰ ਕੰਪਲੇਂਟ ਵੀ ਕਰਦੇ ਕਿ ਪਰਮੇਸ਼ਰ ਤੋਂ ਸਾਡੀ ਜ਼ਿੰਦਗੀ ਦੇ ਵਿੱਚ ਕੰਮ ਨਹੀਂ ਕੀਤਾ। ਅਗਰ ਤੁਹਾਡਾ ਆਸ-ਪਾਸ ਚੰਗਾ ਨਹੀਂ ਆ ਤਾਂ ਕਦੇ ਵੀ ਤੁਸੀਂ ਮਸੀਹ ਜੀਵਨ ਦੇ ਵਿੱਚ ਲੰਬਾ ਤੇ ਆਸ਼ੀਸ਼ਿਤ ਟਿਕੇ ਨਹੀਂ ਰਹਿ ਸਕਦੇ। ਹਾਲੇਲੂਇਆ। ਤੁਸੀਂ ਲੰਬਾ ਨਹੀਂ ਚੱਲ ਸਕਦੇ ਕਿਉਂਕਿ ਤੁਹਾਡਾ ਆਸ-ਪਾਸ ਹੋਣਾ ਚੰਗਾ ਬਹੁਤ ਜ਼ਿਆਦਾ ਜ਼ਰੂਰੀ ਹੈ। ਅਗਰ ਤੁਹਾਡੇ ਆਸ-ਪਾਸ ਚੰਗਾ ਨਹੀਂ ਆ, ਤੁਹਾਡਾ ਆਸ-ਪਾਸ ਦਾ ਤੁਹਾਡੇ ਹਾਲਾਤ ਚੰਗੇ ਨਹੀਂ ਆ, ਤੁਹਾਡੇ ਆਸ-ਪਾਸ ਦਾ ਫਰੈਂਡ ਸਰਕਲ ਚੰਗਾ ਨਹੀਂ ਆ, ਤਾਂ ਤੁਸੀਂ ਕਦੀ ਵੀ ਮਸੀਹ ਦੇ ਵਿੱਚ ਲੰਬਾ ਨਹੀਂ ਚੱਲ ਸਕਦੇ। ਤੁਸੀਂ ਅੱਜ ਪਵਿੱਤਰਤਾਈ 'ਚ ਹੋ ਸਕਦੇ ਆ, ਲੇਕਿਨ ਜਿਨ੍ਹਾਂ ਦੋਸਤਾਂ ਦੇ ਨਾਲ ਤੁਸੀਂ ਆਪਣੇ ਬਿਜ਼ਨਸ 'ਚ, ਆਪਣੇ ਕੰਮ 'ਚ, ਆਪਣੇ ਬਹੁਤ ਜਗ੍ਹਾਵਾਂ 'ਚ ਤੁਸੀਂ ਜਦੋਂ ਰਹਿੰਦੇ ਆ ਔਰ ਉਹਨਾਂ ਦਾ ਇਫੈਕਟ ਤੁਹਾਡੀ ਜ਼ਿੰਦਗੀ 'ਤੇ ਪੈਂਦਾ, ਤੁਸੀਂ ਪਵਿੱਤਰਤਾਈ ਨੂੰ ਛੱਡ ਦਿੰਦੇ। ਬਹੁਤ ਸਾਰੇ ਲੋਕ ਦੇਖੇ ਆ ਜਦੋਂ ਇਫੈਕਟ ਪੈਂਦਾ ਉਹਨਾਂ ਲੋਕਾਂ ਦਾ, ਕਿਉਂਕਿ ਸਭ ਤੋਂ ਵੱਧ ਸੰਗਤੀ ਉਹਨਾਂ ਨਾਲ ਕਰਦੇ, ਉਹਨਾਂ ਦੇ ਹਾਸੇ ਦੇ ਵਿੱਚ ਵੀ ਇਕੱਠੇ ਹੁੰਦੇ ਆ, ਉਹਨਾਂ ਦੇ ਹਰ ਤਰ੍ਹਾਂ ਦੇ ਫੰਕਸ਼ਨਾਂ 'ਚ ਵੀ ਇਕੱਠੇ। ਬਾਈਬਲ ਦੇ ਵਿੱਚ ਲਿਖਿਆ ਕਿ ਤੂੰ ਠੱਠੇ ਕਰਨ ਵਾਲਿਆਂ ਦੀ ਮੰਡਲੀ ਤੋਂ ਦੂਰ ਰਹਿ, ਉਹਨਾਂ ਦੇ ਵਿੱਚ ਨਾ ਬੈਠ। ਲੇਕਿਨ ਅਸੀਂ ਜਾਣ ਬੁੱਝ ਕੇ, ਜੇ ਸਾਨੂੰ ਮਾਲੂਮ ਆ ਕਿ ਅਸੀਂ ਮਸੀਹ ਬੰਦੇ ਜਾਂ 4 ਬੰਦੇ ਠੱਠਾ ਕਰ ਰਹੇ ਆ, ਅਸੀਂ ਉਹਨਾਂ ਦੇ ਉੱਠਣ ਦੇ ਬਜਾਏ ਉਹਨਾਂ ਦੇ ਵਿੱਚ ਜਾ ਕੇ ਉਹਨਾਂ ਨੂੰ ਜੁਆਇਨ ਕਰਦੇ ਆ। ਔਰ ਇੱਕ ਦਿਨ ਇੱਦਾਂ ਹੁੰਦਾ ਕਿ ਹੌਲੀ ਹੌਲੀ ਉਹਨਾਂ ਦੀ ਵਰਕਿੰਗ ਸਾਡੀ ਜ਼ਿੰਦਗੀ 'ਚ ਵੱਧਦੀ ਆ, ਔਰ ਅਸੀਂ ਉਸੇ ਰੀਤੀ ਦੇ ਬਣ ਜਾਂਦੇ ਹਾਂ ਜਿਸ ਰੀਤੀ ਦੀ ਅਸੀਂ ਸੰਗਤ ਕਰਦੇ ਹਾਂ। ਹਾਲੇਲੂਇਆ। ਪੌਲਸ ਨੇ ਕਿਹਾ ਕਿ ਇੱਦਾਂ ਦਾ ਕੋਈ ਸੰਸਾਰ ਨਹੀਂ ਆ ਜਿੱਥੇ ਤੁਹਾਨੂੰ ਇੱਦਾਂ ਦੇ ਲੋਕ ਨਹੀਂ ਮਿਲਣਗੇ, ਲੇਕਿਨ ਤੁਸੀਂ ਆਪਣੇ ਆਪ ਨੂੰ ਬਣਾਉਣਾ ਔਰ ਉਸ ਮਸੀਹ ਦੀ ਉਸ ਮਹਿਮਾ ਨੂੰ ਵਧਾਉਣਾ ਤੁਸੀਂ ਉਹਨਾਂ ਦੋਸਤਾਂ ਦੇ ਵਿੱਚ ਹੀ ਕਿ ਮੈਂ ਅਲੱਗ ਹਾਂ ਤੁਹਾਡੇ ਤੋਂ, ਮੈਂ ਅਲੱਗ ਹਾਂ, ਮੈਂ ਤੁਹਾਡਾ ਫਰੈਂਡ ਹਾਂ, ਮੈਂ ਤੁਹਾਡੇ ਨਾਲ ਰਹਿਣਾ, ਬਟ ਮੈਂ ਤੁਹਾਡੇ ਤੋਂ ਅਲੱਗ ਹਾਂ। ਲੇਕਿਨ ਇਹ ਚੀਜ਼ਾਂ ਜਦੋਂ ਅਸੀਂ ਉਹਨਾਂ ਨੂੰ ਪੂਰੀਆਂ ਦਿਖਾ ਨਹੀਂ ਪਾਉਂਦੇ, ਬਾਈਬਲ ਦੇ ਵਿੱਚ ਲਿਖਿਆ ਤੇਰੇ ਭਲੇ ਕੰਮਾਂ ਨੂੰ ਦੇਖ ਕੇ ਲੋਕ ਤੇਰੇ ਉੱਤੇ ਉਸ ਚਾਨਣ, ਉਸ ਲਾਈਟ ਨੂੰ ਦੇਖ ਕੇ ਤੇਰੇ ਪਰਮੇਸ਼ਰ ਯਹੋਵਾ ਦੀ, ਤੇਰੇ ਪਰਮੇਸ਼ਰ ਦੀ ਮਹਿਮਾ ਕਰਨ। ਤੇ ਜਦੋਂ ਅਸੀਂ ਖੁਦ ਉਹਨਾਂ ਦੇ ਸਾਹਮਣੇ, ਉਹਨਾਂ ਦੇ ਵਿੱਚ ਬੈਠ ਕੇ ਪਰਮੇਸ਼ਰ ਦੀ ਮਹਿਮਾ ਕਰਨ ਦੇ ਬਜਾਏ ਜਦ ਕਿ ਉਹਨਾਂ ਦੇ ਠੱਠਿਆਂ ਦੇ ਵਿੱਚ ਸ਼ਾਮਿਲ ਹੁੰਦੇ, ਜਦ ਕਿ ਉਹਦੀ ਸ਼ਰਾਬਾਂ ਦੇ ਵਿੱਚ ਸ਼ਾਮਿਲ ਹੁੰਦੇ ਆ, ਤੇ ਅਸੀਂ ਬਾਈਬਲ ਦੇ ਉਸ ਵਚਨ ਦੇ ਮੁਤਾਬਿਕ ਅਸੀਂ ਮੂਰਖਾਂ ਦੇ ਸਾਥੀ ਬਣੇ ਹੋਏ ਆ। ਤੇ ਮੂਰਖ ਦਾ ਸਾਥੀ ਹਮੇਸ਼ਾ ਬਾਈਬਲ ਦੱਸਦੀ ਨਸ਼ਟ ਹੁੰਦਾ, ਨਾਸ਼ ਹੁੰਦਾ, ਕਿਉਂਕਿ ਉਹ ਨਾਸ਼ ਦੇ ਗੱਡੇ ਵੱਲ ਖੁਦ ਵੱਧ ਰਿਹਾ। ਔਰ ਤੁਸੀਂ ਜੋ ਪਵਿੱਤਰਤਾਈ ਦੇ ਰਸਤੇ ਨੂੰ ਪਕੜ ਕੇ, ਸਕਰੇ ਮਾਰਗ ਨੂੰ ਪਕੜ ਕੇ ਅੱਗੇ ਵਧ ਰਹੇ ਸੀ, ਉਹ ਤੁਹਾਨੂੰ ਵੀ ਉਸ ਮਾਰਗ ਤੋਂ ਕੀ ਕਰਦਾ, ਭਟਕਾ ਦਿੰਦੇ ਆ। ਹਾਲੇਲੂਇਆ। ਅਗਰ ਤੁਸੀਂ ਧਿਆਨ ਨਾਲ ਬਾਈਬਲ ਦੇ ਵਿੱਚ ਪੜ੍ਹੋ ਤੇ ਪਰਮੇਸ਼ਰ ਨੇ ਇਸੇ ਲਈ ਕਿਹਾ ਕਿ ਮੂਰਖਾਂ ਦੀ ਨਹੀਂ ਬਲਕਿ ਬੁੱਧੀਮਾਨਾਂ ਦੀ ਸੰਗਤ ਕਰਕੇ ਤੂੰ ਵੀ ਬੁੱਧੀਮਾਨ ਹੋਵੇਂ ਔਰ ਤੈਨੂੰ ਪਤਾ ਹੋਵੇ ਤੇਰਾ ਚੰਗਾ, ਤੇਰਾ ਬੁਰਾ, ਤੇਰੀ ਹਰ ਇੱਕ ਚੀਜ਼ ਤੈਨੂੰ ਪਤਾ ਹੋਵੇ ਕਿ ਮੈਂ ਕਿਸ ਰੀਤੀ ਦੇ ਨਾਲ ਪਰਮੇਸ਼ਰ ਦੇ ਵਿੱਚ ਅੱਗੇ ਵਧਣਾ। ਕਿਉਂਕਿ ਬੁੱਧੀਮਾਨ ਇੱਕ ਵਿਅਕਤੀ ਨੂੰ ਮਾਲੂਮ ਆ, ਉਹ ਬੁੱਧੀ ਨੂੰ ਯੂਜ਼ ਕਰਦਾ ਜੋ ਖੁਦਾ ਦੇ ਵੱਲੋਂ ਉਹਨੂੰ ਮਿਲਦੀ ਆ, ਵਚਨ ਨੂੰ ਪੜ੍ਹਨ ਦੇ ਦੁਆਰਾ, ਪ੍ਰੇਰ ਦੇ ਦੁਆਰਾ, ਵਰਦਾਨ ਦੇ ਦੁਆਰਾ ਜੋ ਉਹਨੂੰ ਮਿਲਦੀ, ਉਹਨੂੰ ਮਾਲੂਮ ਹੁੰਦਾ ਕਿ ਜੋ ਇਹ ਕਰ ਰਹੇ ਮੈਂ ਉਹ ਨਹੀਂ ਕਰ ਸਕਦਾ। ਅਗਰ ਇਹ ਡਰਿੰਕ ਕਰ ਰਹੇ ਮੈਂ ਡਰਿੰਕ ਨਹੀਂ ਕਰ ਸਕਦਾ, ਅਗਰ ਇਹ ਗਾਲੀ ਕੱਢ ਰਹੇ ਮੈਂ ਗਾਲੀ ਨਹੀਂ ਕਰ ਸਕਦਾ, ਅਗਰ ਇਹ ਠੱਠਾ ਕਰ ਰਹੇ ਮੈਂ ਠੱਠਾ ਨਹੀਂ ਕਰ ਸਕਦਾ। ਹਾਂ ਮੇਰੇ ਦੋਸਤ ਆ, ਮੇਰੇ ਫਰੈਂਡ ਆ, ਬਟ ਮੈਂ ਇਹਨਾਂ ਨੂੰ ਓਨਾ ਹੀ ਕਲੋਜ਼ਲੀ ਰਵਾਂਗਾ ਜਿੰਨਾ ਮੈਨੂੰ ਜ਼ਰੂਰਤ ਆ, ਜਿੰਨੀ ਮੈਨੂੰ ਨੀਡਤਾ। ਹਾਂ ਹੈਲੋ ਹਾਈ ਠੀਕ ਆ, ਓਕੇ ਸਰ, ਕਲਾਇੰਟ ਆਪਣੇ ਨਾਲ ਵਰਕ ਕਰਨ ਵਾਲੇ ਲੜਕੇ ਜਾਂ ਲੜਕੀਆਂ ਵਾ, ਮੈਂ ਇਹਨਾਂ ਨੂੰ ਓਨਾ ਹੀ ਕਲੋਜ਼ ਰਵਾਂਗਾ ਜਿੰਨੀ ਮੈਨੂੰ ਹੱਦ ਤੱਕ ਜ਼ਰੂਰਤ ਆ ਮੇਰੇ ਵਰਕਿੰਗ ਦੇ ਕੰਮ ਦੇ ਵਿੱਚ। ਲੇਕਿਨ ਮੈਂ ਇਹਨਾਂ ਨਾਲ ਜ਼ਿਆਦਾ ਕਲੋਜ਼ਲੀ ਨਹੀਂ ਹੋਵਾਂਗਾ ਕਿਉਂਕਿ ਮੈਂ ਬੁਲਾਉਣਾ ਨਹੀਂ ਉਹਨਾਂ ਨੂੰ ਛੱਡ ਸਕਦਾ, ਲੇਕਿਨ ਮੈਂ ਉਹਨਾਂ ਨੂੰ ਓਨੀ ਸੰਗਤੀ ਰੱਖਾਂਗਾ ਜਿੰਨੀ ਮੈਨੂੰ ਜ਼ਰੂਰਤ। ਔਰ ਮੈਂ ਇਹਨਾਂ ਦੇ ਵਿੱਚ ਰਹਿ ਕੇ ਹੀ ਪ੍ਰੂਵ ਕਰਾਂਗਾ ਕਿ ਹਾਂ ਮੈਂ ਮਸੀਹ ਦੀ ਸਿੱਖਿਆ ਨੂੰ ਲੈ ਕੇ ਚੱਲ ਰਿਹਾ। ਹਾਲੇਲੂਇਆ। ਅਗਰ ਅਸੀਂ ਧਿਆਨ ਦੇ ਨਾਲ ਬਾਈਬਲ ਦੇ ਵਿੱਚ ਦੇਖੀਏ ਕਿ ਮੂਰਖਤਾ ਸਾਥੀ ਕਿਉਂ ਨਸ਼ਟ ਹੋ ਜਾਂਦਾ, ਮੂਰਖਤਾ ਜਦੋਂ ਸਾਡੀ ਜ਼ਿੰਦਗੀ ਦੇ ਵਿੱਚ ਹੁੰਦੀ ਹੈ, ਸਾਡੇ ਦੋਸਤ ਚੰਗੇ ਨਹੀਂ ਹੁੰਦੇ, ਸਾਡੀ ਜ਼ਿੰਦਗੀ 'ਚ ਨਾਸ਼ ਦਾ ਇੱਕ ਨਸ਼ਟ ਹੋਣ ਵਾਲਾ ਕਾਰਨ ਸਾਡੀ ਜ਼ਿੰਦਗੀ 'ਚ ਬਣਦਾ। ਅਸੀਂ ਦੇਖ ਸਕਦੇ ਹਾਂ ਕਿ ਉਹ ਲੋਕ ਨਸ਼ਟ ਹੁੰਦੇ ਆ, ਫਸਦੇ ਆ ਮੁਸੀਬਤਾਂ 'ਚ। ਅਗਰ ਤੁਸੀਂ ਧਿਆਨ ਨਾਲ ਉਤਪਤੀ ਦੇ ਉਸ ਵਚਨ ਨੂੰ ਪੜ੍ਹੋ, ਅਗਰ ਅਸੀਂ ਉਤਪਤੀ 34 ਦੇ ਇਸ ਵਚਨ ਨੂੰ ਕੱਢਦੇ ਹਾਂ ਔਰ ਅਸੀਂ ਇਸ ਜਗ੍ਹਾ ਤੇ ਪੜ੍ਹਦੇ ਹਾਂ ਵਚਨ, ਇੱਥੇ ਲਿਖਿਆ 34 ਦੀ ਇੱਕ ਆਇਤ ਮੈਂ ਪੜਾਂਗਾ, ਬਾਕੀ ਚੈਪਟਰ ਤੁਸੀਂ ਬਾਅਦ ਦੇ ਵਿੱਚ ਡਿਟੇਲ ਦੇ ਨਾਲ ਪੜ੍ਹਨਾ। ਲਿਖਾ ਇੱਕ ਦਿਨ ਲੀਆ
कि बेटी दीना जो याकूब से उत्पन्न हुई थी उस देश की लड़कियों से भेंट करने को निकली, तब उसे उस देश के प्रधान हित्ती उमोर के पुत्र शकेम ने उसे देखा और उसे ले जाकर उसके साथ कुकर्म करके उसको भ्रष्ट कर डाला। मैं इस जगह ते वचन ਨੂੰ ਪੜ੍ਹਦੇ ਹਾਂ ਅਸੀਂ, ਜਦੋਂ ਪਹਿਲੀ ਤੋਂ ਦੂਜੀ ਆਇਤ ਨੂੰ ਲਿਖਿਆ ਲੀਆ ਦੀ ਕੁੜੀ ਦੀਨਾ ਜਿਹੜੀ ਯਾਕੂਬ ਤੋਂ ਪੈਦਾ ਹੋਈ ਸੀ, ਉਸ ਦੇਸ਼ ਦੀਆਂ ਲੜਕੀਆਂ ਦੇ ਨਾਲ ਕੀ ਕਰਨ ਗਈ, ਭੇਟ ਕਰਨ ਦੇ ਲਈ ਨਿਕਲੀ। ਤੇ ਉੱਥੇ ਜਦੋਂ ਭੇਟ ਕਰਨ ਦੇ ਲਈ ਨਿਕਲੀ ਤੇ ਉੱਥੇ ਉਸ ਦੇਸ਼ ਦੇ ਪ੍ਰਧਾਨ ਜੋ ਹਮੇਰ ਦਾ ਪੁੱਤਰ ਸ਼ਕੇਮ ਸੀਗਾ, ਉਹਨੇ ਉਹਨੂੰ ਦੇਖਿਆ ਤੇ ਉਹਨੂੰ ਦੇਖ ਕੇ ਉਹਦੇ ਨਾਲ ਕੀ ਕੀਤਾ, ਕੁਕਰਮ ਕੀਤਾ। ਬਾਈਬਲ ਦੇ ਵਿੱਚ ਲਿਖਿਆ ਉਹਦੇ ਨਾਲ ਭ੍ਰਿਸ਼ਟ ਕੀਤਾ, ਉਹਦਾ ਰੇਪ ਕੀਤਾ। ਜਦੋਂ ਅਸੀਂ ਧਿਆਨ ਨਾਲ ਦੇਖਦੇ ਹਾਂ ਕਿ ਉਹ ਭੇਟ ਕਰਨ ਨੂੰ ਨਿਕਲੀ, ਬਾਈਬਲ ਦੇ ਵਿੱਚ ਲਿਖਿਆ ਉਹ ਲੜਕੀਆਂ ਨਾਲ ਭੇਟ ਕਰਨ, ਕਿਉਂਕਿ ਯਾਕੂਬ ਉਸ ਸ਼ਹਿਰ ਦੇ ਵਿੱਚ ਰਹਿ ਰਿਹਾ ਸੀ। ਬਾਈਬਲ ਦੇ ਵਿੱਚ ਲਿਖਿਆ ਜਦੋਂ ਭੇਟ ਕਰਨ ਲਈ ਨਿਕਲੀ, ਨਵੀਆਂ ਸਹੇਲੀਆਂ ਬਣਾਉਣ ਦੇ ਲਈ ਨਿਕਲੀ, ਨਵੇਂ ਲੋਕ ਬਣਾਉਣ ਲਈ ਨਿਕਲੀ, ਦੋਸਤ ਬਣਾਉਣ ਲਈ ਜਦੋਂ ਨਿਕਲੀ, ਉਹਦੀ ਸੰਗਤੀ ਜਦੋਂ ਅੰਨੇ ਜਾਤੀ ਐਸੇ ਦੇਸ਼ ਦੀਆਂ ਲੜਕੀਆਂ ਦੇ ਨਾਲ ਪਈ ਤੇ ਨਵਾਂ ਦੇਖਣ, ਨਵਾਂ ਘੁੰਮਣ ਖਾਣ ਪੀਣ, ਸ਼ਹਿਰ ਜਦੋਂ ਨਿਕਲਣਾ ਆਉਣਾ ਬਣਿਆ, ਤੇ ਬਾਈਬਲ ਦੇ ਵਿੱਚ ਲਿਖਿਆ ਉੱਥੇ ਉਸ ਜਗ੍ਹਾ ਤੇ ਇੱਕ ਪ੍ਰਧਾਨ ਦੇ ਲੜਕੇ ਦੀ ਨਿਗਾਹ ਉਹਦੇ ਤੇ ਪਈ ਔਰ ਉਹਦੇ ਨਾਲ ਬੁਰਾ ਹੋਇਆ। ਬਾਈਬਲ ਦੱਸਦੀ ਉਸ ਤੋਂ ਬਾਅਦ ਉਸਦਾ ਨਤੀਜਾ ਇਹ ਨਿਕਲਿਆ ਕਿ ਯਾਕੂਬ ਦੇ ਪੁੱਤਰਾਂ ਨੂੰ ਉਸ ਵਿਅਕਤੀ ਨੂੰ ਮਾਰਨਾ ਪਿਆ ਔਰ ਉਸ ਵਿਅਕਤੀ ਦੇ ਮਰਨ ਦੇ ਕਾਰਨ ਉਸ ਦੇਸ਼ ਦੇ ਜਿੰਨੇ ਲੋਕ ਸੀ ਯਾਕੂਬ ਦੇ ਖਿਲਾਫ ਹੋਏ ਔਰ ਯਾਕੂਬ ਨੂੰ ਮਾਰਨ ਦੀ ਕੋਸ਼ਿਸ਼, ਔਰ ਉਸ ਜਗ੍ਹਾ ਤੋਂ ਉਹਨਾਂ ਨੂੰ ਨਿਕਲਣਾ ਪਿਆ। ਔਰ ਨਿਕਲਣ ਦਾ ਮਤਲਬ ਕੀ ਆ? ਅਗਰ ਤੁਸੀਂ ਧਿਆਨ ਦੇ ਨਾਲ ਬਾਈਬਲ ਨੂੰ ਗਹਿਰਾ ਪੜ੍ਹੋ ਤਾਂ ਨਿਕਲਣ ਦਾ ਮਤਲਬ ਕੀ ਆ? ਅੱਜ ਅਗਰ ਅਸੀਂ ਕਿਸੇ ਵਿਅਕਤੀ ਨੂੰ ਕਹੀਏ ਕਿ ਤੂੰ ਕਮਰਾ ਚੇਂਜ ਕਰਨਾ, ਤਾਂ ਤੁਸੀਂ ਸੋਚੋ ਕਿੰਨਾ ਬੰਦੇ ਨੂੰ ਦਿੱਕਤ ਹੁੰਦੀ ਆ ਇੱਕ ਕਮਰਾ ਚੇਂਜ ਕਰਨ ਦੇ ਵਿੱਚ। ਤੁਸੀਂ ਧਿਆਨ ਨਾਲ ਬਾਈਬਲ ਨੂੰ ਦੇਖੋ ਕਿ ਜਦੋਂ ਉਹਨਾਂ ਨੂੰ ਉਸ ਸ਼ਹਿਰ ਨੂੰ ਛੱਡ ਕੇ, ਇਹ ਸਾਰਾ ਸਿਸਟਮ ਹੋਣ ਤੋਂ ਬਾਅਦ ਸ਼ਹਿਰ ਨੂੰ ਛੱਡ ਕੇ ਜਾਣਾ ਪਿਆ, ਨਿਕਲਣਾ ਪਿਆ, ਤਾਂ ਉਹਨਾਂ ਨੂੰ ਕਿੰਨਾ ਅੱਜ ਅਗਰ ਕਿਸੇ ਨੇ ਕਮਰਾ ਚੇਂਜ ਕਰਨਾ ਹੋਵੇ, ਉਸਨੂੰ ਗੱਡੀ ਬੁੱਕ ਕਰਨੀ ਪੈਂਦੀ ਆ, ਉਸਨੂੰ ਆਪਣੇ ਟੀਵੀ, ਫ੍ਰਿਜ, ਫਿਟਿੰਗਾਂ ਸਭ ਜੋ ਵੀ ਕੁਛ ਆ, ਕਿੰਨੀ ਦਿੱਕਤ ਕਰ ਇੱਕ ਦਿਨ ਪੂਰਾ 2 ਦਿਨ ਲੱਗ ਜਾਂਦੇ ਉਹਨੂੰ ਆਪਣਾ ਸਮਾਨ ਸ਼ਿਫਟਿੰਗ ਕਰਨ ਦੇ ਵਿੱਚ। ਤੁਸੀਂ ਸੋਚੋ ਇੱਕ ਪੂਰਾ ਦੇਸ਼। ਯਾਕੂਬ ਬਾਈਬਲ ਦੱਸਦੀ ਇੱਕ ਧਨਾਢ్య ਪੁਰਸ਼ ਸੀਗਾ, ਗਾਂ ਬੈਲ ਘੋੜੇ ਪਸ਼ੂ ਐਸੀ ਕੋਈ ਚੀਜ਼ ਨਹੀਂ ਸੀ ਜੋ ਉਹਦੇ ਕੋਲ ਨਹੀਂ ਸੀ। ਇੱਕ ਅਮੀਰ ਇੱਕ ਆਸ਼ੀਸ਼ਿਤ ਵਿਅਕਤੀ ਸੀਗਾ ਔਰ ਪੁਰਾਣੇ ਸਮਿਆਂ ਦੇ ਵਿੱਚ ਤੰਬੂਆਂ ਦਾ ਸਿਸਟਮ ਸੀਗਾ ਔਰ ਤੰਬੂ ਲੈ ਕੇ ਚੱਲਦੇ ਸੀਗੇ, ਜਿਸ ਜਗ੍ਹਾ ਉਹਨਾਂ ਨੂੰ ਪਾਣੀ ਔਰ ਅੱਛਾ ਜ਼ਮੀਨ ਜਗ੍ਹਾ ਮਿਲਦੀ ਸੀਗੀ, ਪਰਮੇਸ਼ਰ ਉਹਨਾਂ ਨੂੰ ਠਹਿਰਾਉਂਦਾ ਸੀ, ਉਸੇ ਜਗ੍ਹਾ ਤੇ ਆਪਣਾ ਤੰਬੂ ਗੱਡਦੇ ਸੀ ਔਰ ਰਹਿੰਦੇ ਸੀਗੇ। ਹਾਲੇਲੂਇਆ। ਅੱਜ ਦੇ ਐਡਵਾਂਸ ਸ਼ਹਿਰ ਦੇ ਹੋਣ, ਐਡਵਾਂਸ ਟੈਕਨੋਲੋਜੀ ਹੋਣ ਦੇ ਬਾਵਜੂਦ ਵੀ ਅਗਰ ਅਸੀਂ ਦੇਖੀਏ ਤੇ ਸਾਨੂੰ ਕਿੰਨੀ ਦਿੱਕਤ ਦਾ ਫੇਸ ਕਰਨਾ ਪੈਂਦਾ। ਪਰ ਉਸ ਸਮੇਂ ਕੋਈ ਟੈਕਨੋਲੋਜੀ ਨਹੀਂ ਸੀ, ਕੁਝ ਵੀ ਨਹੀਂ ਸੀਗਾ, ਘੋੜੇ ਬੈਲ ਇਹੀ ਸਭ ਟੈਕਨੋਲੋਜੀਆਂ ਸੀਗੀਆਂ ਔਰ ਇਹਨਾਂ ਦੇ ਦੁਆਰਾ ਜਦੋਂ ਉਹਨਾਂ ਨੂੰ ਇੱਕ ਕਮਰਾ ਬਦਲਣ ਦੀ ਬਜਾਏ ਸਾਨੂੰ ਇੰਨੀ ਦਿੱਕਤ ਹੁੰਦੀ ਔਰ ਉਹਨਾਂ ਨੂੰ ਪੂਰੇ ਦਾ ਪੂਰਾ ਇੱਕ ਦੇਸ਼, ਇੱਕ ਪੂਰਾ ਕਬੀਲਾ, ਇੱਕ ਪੂਰਾ ਘਰਾਨਾ, ਇੱਕ ਪੂਰਾ ਸਾਰਾ ਸਿਸਟਮ ਲੈ ਕੇ ਜਦੋਂ ਉਹਨਾਂ ਨੂੰ ਉਸ ਸ਼ਹਿਰ ਨੂੰ ਛੱਡਣਾ ਪਿਆ ਤੇ ਕਿੰਨੀ ਪ੍ਰੋਬਲਮ ਹੋਈ, ਸਿਰਫ ਕਿਸ ਕਾਰਨ? ਅੱਛੀ ਸੰਗਤੀ ਨਾ ਹੋਣ ਕਾਰਨ। ਹਾਲੇਲੂਇਆ। ਜਦ ਤੱਕ ਉਹ ਆਪਣੇ ਸ਼ਹਿਰ, ਆਪਣੇ ਕਬੀਲੇ, ਆਪਣੇ ਕੁਟੁੰਬ ਦੇ ਲੋਕਾਂ ਦੇ ਵਿੱਚ ਰਹੀ ਕੋਈ ਦਿੱਕਤ ਨਹੀਂ ਹੋਈ, ਲੇਕਿਨ ਜਿੱਦਾਂ ਹੀ ਬਾਈਬਲ ਦੱਸਦੀ ਉਹ ਭੇਟ ਕਰਨ ਲਈ ਉਸ ਦੇਸ਼ ਦੀਆਂ ਲੜਕੀਆਂ ਦੇ ਵੱਲ ਵਧੀ, ਨਵੀਆਂ ਸਹੇਲੀਆਂ ਬਣਾਉਣ ਦੇ ਵੱਲ ਵਧੀ ਔਰ ਉਹਨਾਂ ਦੀ ਸੰਗਤੀ 'ਚ ਗਈ, ਬਾਹਰ ਘੁੰਮਣ ਖਾਣਾ ਪੀਣਾ, ਤੇ ਲਿਖਿਆ ਉਹਦੇ ਨਾਲ ਉੱਥੇ ਇੱਕ ਵਿਅਕਤੀ ਨੇ ਉਹਨੂੰ ਦੇਖਿਆ ਔਰ ਉਹਨੇ ਉਸ ਨਾਲ ਕੁਕਰਮ ਕਰਿਆ। ਹੁਣ ਧਿਆਨ ਦੇਣ ਵਾਲੀ ਇਸ ਜਗ੍ਹਾ ਤੇ ਗੱਲ ਇਹ ਆ, ਇੰਨਾ ਸਭ ਟਰਬਲ, ਇੰਨੀ ਸਭ ਪਰੇਸ਼ਾਨੀ ਕਿੱਥੋਂ ਪਈ? ਅੱਛੇ ਦੋਸਤ ਨਾ ਹੋਣ ਕਾਰਨ। ਹਾਲੇਲੂਇਆ। ਅੱਛੇ ਦੋਸਤ ਨਾ ਹੋਣ ਕਾਰਨ, ਕਿਉਂਕਿ ਬਾਈਬਲ ਮਨਾ ਕਰਦੀ ਹੈ ਤੁਹਾਨੂੰ ਉਹਨਾਂ ਲੋਕਾਂ ਤੋਂ ਨਾਲ ਸੰਗਤੀ ਕਰਨ ਤੋਂ ਜੋ ਤੁਹਾਡੀ ਲਾਈਫ ਦੇ ਵਿੱਚ ਤੁਹਾਨੂੰ ਵਧਾਉਣ ਦੇ ਬਜਾਏ ਘਟਾਉਣ। ਹਾਲੇਲੂਇਆ। ਮੈਂ ਇਸ ਲਈ ਹਮੇਸ਼ਾ ਪ੍ਰੀਚਿੰਗ ਦੇ ਵਿੱਚ ਲੋਕਾਂ ਨੂੰ ਸਮਝਾਉਣਾ ਕਿ ਅਗਰ ਤੁਹਾਡਾ ਆਸ-ਪਾਸ ਚੰਗਾ ਨਹੀਂ ਆ, ਤੁਸੀਂ ਕਦੇ ਅੱਗੇ ਨਹੀਂ ਵੱਧ ਸਕਦੇ, ਕਿਉਂਕਿ ਜਦ ਤੱਕ ਤੁਸੀਂ ਆਪਣੇ ਆਸ-ਪਾਸ ਨੂੰ ਸਹੀ ਕਲੀਅਰ ਨਹੀਂ ਕਰਦੇ ਤੁਸੀਂ ਅੱਗੇ ਨਹੀਂ ਜਾ ਸਕਦੇ। ਹੁਣ ਉਹਦਾ ਜਦ ਤੱਕ ਆਸ-ਪਾਸ ਸਹੀ ਸੀਗਾ ਉਸਦੇ ਉੱਤੇ ਕੋਈ ਵਿਪੱਤੀ ਨਹੀਂ, ਲੇਕਿਨ ਜਿੱਦਾਂ ਹੀ ਉਹਨੇ ਆਪਣੇ ਆਸ-ਪਾਸ ਨੂੰ ਉਹਨੇ ਖੁਦ ਚੇਂਜ ਕਰਨ ਦੀ ਕੋਸ਼ਿਸ਼ ਕੀਤੀ ਕਿ ਨਵੇਂ ਦੋਸਤ ਬਣਾਵਾਂ ਔਰ ਉਹਨਾਂ ਦੀ ਜੋ ਸੰਗਤੀ 'ਚ ਗਈ ਉਹਦਾ ਅਸਰ ਉਹਦੀ ਜ਼ਿੰਦਗੀ 'ਚ ਇਹ ਦਿਖਿਆ ਕਿ ਜਿਸ ਜਗ੍ਹਾ ਤੇ ਉਹਨੇ ਨਹੀਂ ਜਾਣਾ ਉਹ ਉਹਨਾਂ ਜਗ੍ਹਾਵਾਂ ਤੇ ਘੁੰਮੀ ਫਿਰੀ ਔਰ ਉਸ ਜਗ੍ਹਾ ਦੇ ਪ੍ਰਧਾਨ ਦੇ ਮੁੰਡੇ ਦੀ ਨਿਗਾਹ ਉਹਦੇ ਤੇ ਪਈ ਔਰ ਔਰ ਉਸ ਤੋਂ ਬਾਅਦ ਮੈਂ ਤੁਹਾਨੂੰ ਦੱਸ ਚੁੱਕਾ ਉਸ ਤੋਂ ਬਾਅਦ ਲਾਈਫ ਦੇ ਵਿੱਚ ਕੀ ਹੋਇਆ। ਜਦੋਂ ਪ੍ਰਧਾਨ ਦੇ ਮੁੰਡੇ ਨੇ ਉਹਨੂੰ ਦੇਖਿਆ, ਉਸ ਦੇ ਬਾਅਦ ਉਹਦੀ ਲਾਈਫ ਦੇ ਰਿਜ਼ਲਟ ਕੀ ਨਿਕਲਿਆ ਕਿ ਉਸ ਸ਼ਹਿਰ ਦੇ ਉਸ ਪ੍ਰਧਾਨ ਦੇ ਮੁੰਡੇ ਨੂੰ ਯਾਕੂਬ ਦੇ ਪੁੱਤਰਾਂ ਨੂੰ ਮਾਰਿਆ ਔਰ ਉਹ ਸ਼ਹਿਰ
ਦੇ ਲੋਕ ਯਾਕੂਬ ਦੇ ਖਿਲਾਫ ਹੋਏ ਔਰ ਉਹਨਾਂ ਨੂੰ ਸ਼ਹਿਰ ਛੱਡਣਾ ਪਿਆ। ਇੰਨੀ ਸਾਰੀ ਟਰਬਲ ਕਿੱਦਾਂ ਕ੍ਰੀਏਟ ਹੋਈ? ਸਿਰਫ ਇੱਕ ਸੰਗਤੀ ਬੁਰੀ ਹੋਣ ਕਾਰਨ। ਬੁੱਧੀਮਾਨੀ ਨਾਲ ਉਹ ਲੜਕੀ ਨਹੀਂ ਚੱਲੀ, ਔਰ ਜਦੋਂ ਬੁੱਧੀਮਾਨੀ ਨਾਲ ਅਸੀਂ ਨਹੀਂ ਚੱਲਦੇ, ਮੂਰਖਤਾ ਨਾਲ ਚੱਲਦੇ ਆ ਤੇ ਅਸੀਂ ਫਸਦੇ ਆ। ਇਸੇ ਲਈ ਬਾਈਬਲ ਦੇ ਵਚਨ ਦੇ ਵਿੱਚ ਲਿਖਿਆ ਕਿ ਤੂੰ ਬੁੱਧੀਮਾਨਾਂ ਦੀ ਸੰਗਤੀ ਕਰ ਤੇ ਤੂੰ ਵੀ ਕੀ ਹੋ ਜਾਏਗਾ? ਬੁੱਧੀਮਾਨ ਹੋ ਜਾਏਗਾ। ਜਦੋਂ ਉਹਨੇ ਮੂਰਖਤਾ ਦੇ ਨਾਲ ਇੱਕ ਫੈਸਲਾ ਕੀਤਾ ਕਿ ਮੈਂ ਇਸ ਸ਼ਹਿਰ ਦੀਆਂ ਲੜਕੀਆਂ ਨੂੰ ਮਿਲਣ ਦੇ ਲਈ ਜਾਵਾਂਗੀ, ਕਿਉਂਕਿ ਬਾਈਬਲ ਦੇ ਵਿੱਚ ਲਿਖਿਆ ਕਿ ਮੂਰਖ ਦੀ ਜਦੋਂ ਤੂੰ ਸੰਗਤੀ ਕਰੇਗਾ ਤੇ ਮੂਰਖ ਤੇ ਫਸੇਗਾ ਤੂੰ ਵੀ ਫਸੇਗਾ। ਹਾਲੇਲੂਇਆ। ਕਿਉਂਕਿ ਮੂਰਖ ਦਾ ਸਾਥੀ ਹਮੇਸ਼ਾ ਨਸ਼ਟ ਹੁੰਦਾ। ਜਦ ਤੱਕ ਉਹ ਬੁੱਧੀਮਾਨੀ ਦੇ ਨਾਲ ਆਪਣੇ ਕੁਟੁੰਬ ਦੇ ਲੋਕਾਂ ਦੇ ਵਿੱਚ ਰਹੀ, ਆਪਣੇ ਬੱਚਿਆਂ ਦੇ ਵਿੱਚ, ਆਪਣੇ ਭੈਣ ਭਰਾਵਾਂ ਦੇ ਵਿੱਚ ਰਹੀ, ਜਦ ਤੱਕ ਉਹਦੀ ਲਾਈਫ 'ਚ ਕੋਈ ਦਿੱਕਤ ਨਹੀਂ ਰਹੀ। ਲੇਕਿਨ ਜਿੱਦਾਂ ਹੀ ਉਹਨੇ ਸੰਗਤੀ ਨੂੰ ਚੇਂਜ ਕੀਤਾ, ਮੂਰਖਤਾ ਭਰਿਆ ਇੱਕ ਫੈਸਲਾ ਕੀਤਾ ਕਿ ਮੈਂ ਇਸ ਸ਼ਹਿਰ ਦੀਆਂ ਲੜਕੀਆਂ ਨੂੰ ਮਿਲਣ ਜਾਵਾਂ, ਜਦ ਕਿ ਉਹ ਖੁਦ ਜਾਣਦੀ ਸੀਗੀ ਕਿ ਯਹੂਦੀ ਲੋਕ अन्य जातियों ਨਾਲ ਕੋਈ ਲੈਣ ਦੇਣ ਨਹੀਂ ਰੱਖਦੇ, ਲੇਕਿਨ ਉਹ अन्य जाति देश ਦੀਆਂ ਲੜਕੀਆਂ ਨੂੰ ਜਦੋਂ ਮਿਲਣ ਦੇ ਲਈ ਗਈ ਉਹਨਾਂ ਕੋਲ, ਤੇ ਰਿਜ਼ਲਟ ਇਹ ਨਿਕਲਿਆ ਕਿ ਉਹਨਾਂ ਦੀ ਲਾਈਫ ਦੇ ਵਿੱਚ ਪ੍ਰੋਬਲਮ ਆਈ। ਇੱਕ ਲੜਕੀ ਦੇ ਕਾਰਨ ਪੂਰੇ ਯਾਕੂਬ ਨੂੰ ਔਰ ਪੂਰੇ ਘਰਾਣੇ ਨੂੰ ਸਾਰਿਆਂ ਨੂੰ ਦਿੱਕਤ ਦਾ ਸਾਹਮਣਾ ਕਰਨਾ ਪਿਆ। ਸਭ ਨੂੰ ਇਸ ਦੇ ਵਿੱਚ ਇਨਵੋਲਵ ਹੋਣਾ ਪੈ ਗਿਆ, ਕਿਉਂਕਿ ਇੱਕ ਮੂਰਖਤਾ ਭਰਿਆ ਹੋਇਆ ਫੈਸਲਾ ਲਿਆ, ਬੁੱਧੀਮਾਨ ਦੀ ਨਾਲ ਨਹੀਂ ਚੱਲੀ, ਔਰ ਸੰਗਤੀ ਅੱਛੀ ਨਾ ਹੋਣ ਕਾਰਨ ਉਸਦੀ ਜ਼ਿੰਦਗੀ 'ਚ ਇਹ ਟਰਬਲ ਆਈ। ਹਾਲੇਲੂਇਆ। ਮੇਰਾ ਵਚਨ ਇਸ ਦਾ ਮਤਲਬ ਕੀ ਆ ਕਿ ਤੁਸੀਂ ਆਪਣੀ ਲਾਈਫ ਦੇ ਆਸ-ਪਾਸ ਦੇਖੋ ਕਿ ਤੁਹਾਡੀ ਲਾਈਫ ਵਿੱਚ ਕਿੱਥੇ ਕਮੀ ਆ, ਕਿੱਥੇ ਪ੍ਰੋਬਲਮ ਆ, ਕਿੱਥੇ ਐਸੀ ਜਗ੍ਹਾ ਤੋਂ ਤੁਸੀਂ ਫਸੇ ਹੋਏ ਆ ਕਿ ਤੁਹਾਡੀ ਲਾਈਫ ਅੱਗੇ ਵਧ ਰਹੀ ਹੈ ਤੇ ਪਿੱਛੇ ਜਾ ਰਹੀ ਹੈ। ਹਾਲੇਲੂਇਆ। ਪਰਮੇਸ਼ਰ ਦਾ ਵਚਨ ਤੁਹਾਨੂੰ ਦੇਣ ਦਾ ਅੱਜ ਦਾ ਖਾਸ ਮਕਸਦ ਇਹੀ ਆ ਕਿ ਤੁਸੀਂ ਆਪਣੇ ਦੋਸਤਾਂ ਨੂੰ ਵਾਈਸਲੀ ਚੁਣੋ, ਬੁੱਧੀਮਾਨੀ ਦੇ ਨਾਲ ਚੁਣੋ ਕਿ ਉਹ ਦੋਸਤ ਤੁਹਾਡੇ ਵਧਣ ਦਾ ਕਾਰਨ ਬਣ ਗਏ ਤੇ ਤੁਹਾਡੇ ਘਟਣ ਦਾ ਕਾਰਨ। ਹਾਲੇਲੂਇਆ। ਮੈਂ ਤੁਹਾਨੂੰ ਆਪਣੀ ਟੈਸਟੀਮਨੀ ਦੱਸਦਾ, ਕੁਝ ਸਮੇਂ ਪਹਿਲਾਂ ਜਦ ਮੈਂ ਪਰਮੇਸ਼ਰ ਦੀ ਸੇਵਕਾਈ ਦੇ ਵਿੱਚ ਵਧ ਰਿਹਾ ਸੀਗਾ, ਮੇਰੇ ਨਾਲ ਮੇਰੀ ਲਾਈਫ ਦੇ ਵਿੱਚ ਕੁਝ ਦੋਸਤ ਜੁੜੇ, ਜਿਨ੍ਹਾਂ ਨੂੰ ਦੇਖ ਕੇ ਮੈਂ ਆਪਣੀ ਲਾਈਫ ਦੇ ਵੱਲ ਹੋਰ ਵਧਣ ਦੀ ਕੋਸ਼ਿਸ਼ ਕੀਤੀ। ਕੁਝ ਸਮੇਂ ਬਾਅਦ ਮੈਨੂੰ ਐਦਾਂ ਲੱਗਾ ਕਿ ਇਹ ਵਿਅਕਤੀ ਮੇਰੀ ਲਾਈਫ ਦੇ ਵਿੱਚ ਮੇਰੇ ਵਧਣ ਦਾ ਕਾਰਨ ਨਹੀਂ, ਮੇਰੇ ਗਿਰਨ ਦਾ ਕਾਰਨ ਬਣ ਰਹੇ। ਔਰ ਮੈਂ ਬਾਈਬਲ ਦੇ ਵਚਨ ਮੇਰੇ ਕੋਲ ਆ, ਮੈਂ ਉਹਨਾਂ ਦੀ ਸੰਗਤੀ ਨੂੰ ਛੱਡਿਆ। ਕਿਉਂ? ਅਗਰ ਮੈਂ ਉਹਨਾਂ ਨੂੰ ਨਾ ਛੱਡਦਾ ਤੇ ਸ਼ਾਇਦ ਮੈਂ ਅੱਜ ਇਸ ਜਗ੍ਹਾ ਤੇ ਬੈਠ ਕੇ ਤੁਹਾਨੂੰ ਪ੍ਰੀਚ ਨਾ ਕਰਦਾ, ਕਿਉਂਕਿ ਬਾਈਬਲ ਦੇ ਵਿੱਚ ਲਿਖਿਆ ਪਰਮੇਸ਼ਰ ਤੁਹਾਨੂੰ ਅਲੱਗ ਕਰਦਾ ਉਹਨਾਂ ਲੋਕਾਂ ਤੋਂ, ਔਰ ਖੁਦਾ ਤੁਹਾਨੂੰ ਬੁੱਧੀ ਦਿੰਦਾ ਉਹਨਾਂ ਦੀ ਕਿ ਤੁਸੀਂ ਆਪਣੀ ਬੁੱਧੀ ਨੂੰ ਇਸਤੇਮਾਲ ਕਰੋ, ਕਿਉਂਕਿ ਲਿਖਿਆ ਬਾਈਬਲ ਦੇ ਵਿੱਚ ਬੁੱਧੀਮਾਨਾਂ ਦੀ ਸੰਗਤੀ ਕਰਕੇ ਤੁਸੀਂ ਬੁੱਧੀਮਾਨ ਹੋ ਜਾਏਗਾ। ਤੈਨੂੰ ਮਾਲੂਮ ਹੋਏਗਾ ਕਿ ਕਿਹੜਾ ਦੋਸਤ ਤੈਨੂੰ ਵਧਾ ਰਿਹਾ ਔਰ ਕਿਹੜਾ ਦੋਸਤ ਤੈਨੂੰ ਘਟਾ ਰਿਹਾ, ਕਿੱਦਾਂ ਦੀ ਤੂੰ ਸੰਗਤ, ਕਿਉਂਕਿ ਜਿੱਦਾਂ ਦੀ ਤੁਹਾਡੀ ਸੰਗਤ ਹੋਏਗੀ ਉਦਾਂ ਦਾ ਤੁਹਾਡੀ ਜ਼ਿੰਦਗੀ ਦੇ ਵਿੱਚ ਰਿਜ਼ਲਟ ਨਿਕਲੇਗਾ। ਅੱਜ ਮੇਰੀ ਦੋਸਤੀ ਅੱਛੇ ਲੋਕਾਂ ਨਾਲ, ਔਰ ਮੈਂ ਖੁਦਾ ਦਾ ਕਲਾਮ ਲੈ ਕੇ ਤੁਹਾਡੇ ਸਾਹਮਣੇ ਬੈਠਾ। ਅਗਰ ਮੈਂ ਉਹਨਾਂ ਦੋਸਤਾਂ ਦੇ ਚੱਕਰਾਂ 'ਚ ਫਸਿਆ ਰਹਿੰਦਾ ਤੇ ਉਹਨਾਂ ਦੇ ਕਲੇਸ਼ਾਂ 'ਚ ਔਰ ਉਹਨਾਂ ਦੀ ਸੰਗਤੀ ਦੇ ਵਿੱਚ ਉਦਾਂ ਦਾ ਹੀ ਮੈਂ ਬਣਿਆ ਹੁੰਦਾ, ਔਰ ਮੈਂ ਕਦੀ ਇੱਥੇ ਤੱਕ ਨਾ ਪਹੁੰਚਦਾ, ਨਾਸ਼ ਹੋ ਜਾਂਦਾ ਮੈਂ ਵੀ ਜਿਸ ਤਰ੍ਹਾਂ ਉਹ ਨਾਸ਼ ਹੋ ਰਹੇ। ਹਾਲੇਲੂਇਆ। ਸੋ ਪਰਮੇਸ਼ਰ ਦਾ ਵਚਨ ਤੁਹਾਨੂੰ ਇਹ ਦੱਸਦਾ ਕਿ ਤੁਸੀਂ ਆਪਣੇ ਦੋਸਤਾਂ ਨੂੰ ਅੱਛੀ ਰੀਤੀ ਨਾਲ ਚੁਣੋ, ਸੰਗਤੀ ਅੱਛੀ ਕਰੋ, ਆਪਣੇ ਦੋਸਤ ਸਹੀ ਰੀਤੀ ਦੇ ਚੁਣੋ। ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਦੋਸਤ ਸਹੀ ਢੰਗ ਦੇ ਚੁਣਨੇ ਪੈਣੇ ਆ ਕਿ ਅਗਰ ਤੁਸੀਂ ਚਾਹੁੰਦੇ ਕਿ ਮਸੀਹ ਦੇ ਵਿੱਚ ਤੁਸੀਂ ਵਧੋ, ਖੁਦਾ ਦੇ ਗਿਫਟਾਂ ਨੂੰ ਪਾਓ, ਖੁਦਾ ਦੇ ਕੰਮ ਨੂੰ ਵਧਾ ਸਕੋ, ਸੁਸਮਾਚਾਰ ਨੂੰ ਅੱਗੇ ਲਿਜਾ ਸਕੋ। ਪਰਮੇਸ਼ਰ ਨੇ ਜੇ ਸੇਵਾ ਦੇ ਤਹਿਤ ਤੁਹਾਨੂੰ ਔਰ ਮੈਨੂੰ ਚੁਣਿਆ, ਕਿਉਂਕਿ ਖੁਦਾ ਦਾ ਵਚਨ ਕਹਿੰਦਾ ਮੈਂ ਤੁਹਾਨੂੰ ਜਗਤ ਤੋਂ ਚੁਣ ਲਿਆ, ਕੱਢ ਲਿਆ ਕਿ ਮੈਂ ਆਪਣਾ ਰਾਜ ਤੁਹਾਡੇ ਦੁਆਰਾ ਹੀ ਫੈਲਾਵਾਂ। ਹਾਲੇਲੂਇਆ। ਉਹ ਕਹਿੰਦਾ ਮੈਂ ਤੁਹਾਨੂੰ ਜਗਤ ਤੋਂ ਚੁਣਿਆ, ਤੁਸੀਂ ਮੈਨੂੰ ਨਹੀਂ ਚੁਣਿਆ, ਮੈਂ ਤੁਹਾਨੂੰ ਪਹਿਲਾਂ ਤੋਂ ਚੁਣਿਆ ਔਰ ਤੁਹਾਨੂੰ ਠਹਿਰਾਇਆ ਕਿ ਤੁਸੀਂ ਫੜ ਲੈ ਕੇ ਆਓ, ਤੁਸੀਂ ਸੁਸਮਾਚਾਰ ਸੁਣਾ ਸਕੋ, ਤੁਸੀਂ ਮੇਰੇ ਕੰਮਾਂ ਨੂੰ ਕਰ ਸਕੋ। ਔਰ ਬਾਕੀ ਪਰਮੇਸ਼ਰ ਕਹਿੰਦਾ ਦੁਨੀਆ ਦੀ ਹਰ ਚੀਜ਼ ਤੁਹਾਨੂੰ ਮਿਲ ਹੀ ਜਾਣੀ ਹੈ। ਹਾਲੇਲੂਇਆ। ਖੁਦਾ ਦੇ ਵਚਨਾਂ ਦੇ ਵਿੱਚ ਹੁਣ ਮੈਂ ਤੁਹਾਨੂੰ ਸਮਝਾਉਣ ਦੀ ਇਹ ਕੋਸ਼ਿਸ਼ ਕਰ ਰਿਹਾ, ਜਿਸ ਤਰ੍ਹਾਂ ਬਾਈਬਲ ਸੰਗਤੀ ਦੇ ਉੱਤੇ ਬ੍ਰੀਚ ਕਰਦੀ ਹੈ ਕਿ ਸੰਗਤ ਆਸ-ਪਾਸ ਆਪਣਾ ਚੰਗਾ ਰੱਖੋ। ਅਗਰ ਤੁਸੀਂ ਦੇਖੋ, ਅਗਰ ਤੁਸੀਂ ਮਸੀਹ 'ਚ ਵੱਧ ਰਹੇ ਆ ਅੱਜ ਇਸ ਸਮੇਂ, ਔਰ ਤੁਸੀਂ ਨਾਲ ਪਾਪ ਵੀ ਕਰ ਰਹੇ ਆ, ਤੇ ਇਹਦਾ ਮਤਲਬ ਕਿਤੇ ਨਾ ਕਿਤੇ ਤੁਹਾਡੀ ਸੰਗਤ ਤੁਹਾਡੀ ਇਫੈਕਟ ਕਰ ਰਹੀ ਹੈ। ਕਿਉਂਕਿ ਜਦੋਂ ਜਿਨ੍ਹਾਂ ਨੂੰ ਤੁਸੀਂ ਸੂਟੇ ਲਾਉਂਦੇ ਜਾਂ ਦਾਰੂ ਪੀਂਦੇ ਰੋਜ਼ ਦੇਖਦੇ ਆ, ਅੱਜ ਨਹੀਂ ਤੇ ਕੱਲ ਤੁਸੀਂ ਉਹਨਾਂ ਦੇ ਨਾਲ ਬੈਠੇ ਪੈਦਲ ਜ਼ਰੂਰ ਲਾਓਗੇ। ਹੋ ਸਕਦਾ ਕੱਲ ਉਹਨਾਂ ਦੀ ਜ਼ਿੰਦਗੀ ਤੇ ਪਰਮੇਸ਼ਰ ਦੀ ਦਇਆ ਹੋਵੇ, ਉਹ ਸੁਧਰ ਜਾਣ, ਲੇਕਿਨ ਤੁਸੀਂ ਵਿਗੜ ਜਾਓਗੇ। ਔਰ ਇੱਕ ਹੋਰ ਗੱਲ, ਜੋ ਪਰਮੇਸ਼ਰ ਦਾ ਲੋਕ ਜਦੋਂ ਅੰਨੇ ਜਾਤੀ ਲੋਕਾਂ ਦੇ ਵਿੱਚ ਬੈਠ ਕੇ ਦਾਰੂ ਤੇ ਸ਼ਰਾਬ ਪੀਂਦੇ ਆ, ਉਹ ਵਿਅਕਤੀ ਕਦੇ ਯਕੀਨ ਨਹੀਂ ਕਰਦੇ ਕਿ ਜੀਵਤ ਪਰਮੇਸ਼ਰ ਤੁਹਾਡੀ ਜ਼ਿੰਦਗੀ 'ਚ ਕੰਮ, ਕਿਉਂਕਿ ਉਹ ਦੇਖਦਾ ਹੈ ਆਮ ਬੰਦਾ ਹੈ, ਮੇਰੇ ਵਰਗਾ ਬੰਦਾ, ਜੋ ਮੈਂ ਖਾਂਦਾ ਉਹੀ ਇਹ ਖਾਂਦਾ, ਜੋ ਨਸ਼ਾ ਮੈਂ ਕਰਦਾ ਉਹ ਇਹ ਕਰਦਾ। ਕਿੱਥੇ ਮਸੀਹ ਦਾ ਉਜਾਲਾ, ਕਿੱਥੇ ਮਸੀਹ ਦੀ ਸ਼ਾਂਤੀ, ਕਿੱਥੇ ਮਸੀਹ ਦੀ ਉਹ ਨਮਕ, ਕਿੱਥੇ ਉਹ ਜੋਤੀ ਜੋ ਪਰਮੇਸ਼ਰ ਤੁਹਾਨੂੰ
ਮਤੀ ਅਧਿਆਇ ਦੇ ਵਿੱਚ ਕਹਿੰਦਾ ਕਿ ਤੇਰਾ ਉਜਾਲਾ ਦੇਖ ਕੇ ਲੋਕ ਚੇਂਜ ਹੋਣ, ਤੂੰ ਇੱਕ ਜਗਤ ਦਾ ਨਮਕ ਆ, ਨਮਕ ਲੋਕਾਂ ਨੂੰ ਬਚਾਉਂਦਾ। ਹਾਲੇਲੂਇਆ। ਜੋਤੀ ਲੋਕਾਂ ਨੂੰ ਰੋਸ਼ਨੀ ਦਿੰਦੀ ਜਿਹੜੇ ਹਨੇਰੇ 'ਚ ਫਸੇ ਹੋਏ ਆ, ਲੇਕਿਨ ਅਸੀਂ ਤਾਂ ਖੁਦ ਹਨੇਰੇ 'ਚ ਫਸੇ ਹੋਏ ਆ। ਔਰ ਜੋ ਲੋਕ ਸਾਡੀ ਜ਼ਿੰਦਗੀ ਨੂੰ ਦੇਖਦੇ ਆ ਉਹ ਕਦੇ ਵੀ ਪਰਮੇਸ਼ਰ ਦੇ ਉੱਤੇ ਵਿਸ਼ਵਾਸ ਨਹੀਂ ਕਰਦੇ। ਇਸ ਲਈ ਤੁਹਾਨੂੰ ਦੱਸਿਆ ਆਸ-ਪਾਸ ਨੂੰ ਚੰਗਾ ਰੱਖੋ। ਅਗਰ ਤੁਹਾਡੇ ਦੋਸਤ ਇੱਦਾਂ ਦੇ ਆ ਜੋ ਗਲਤ ਆ, ਜੋ ਨਸ਼ੇ 'ਚ ਆ, ਜੋ ਪਾਪ 'ਚ ਆ, ਤੇ ਮਸੀਹ ਦੇ ਪ੍ਰੇਮ ਦੇ ਦੁਆਰਾ ਉਹਨਾਂ ਨੂੰ ਸਾਬਿਤ ਕਰੋ ਕਿ ਹਾਂ ਮੈਂ ਅਲੱਗ ਆ। ਅਗਰ ਤੁਸੀਂ 4 ਗੱਪਾਂ ਮਾਰ ਰਹੇ ਆ ਤੇ ਮੈਂ 5ਵਾਂ ਸਾਈਡ ਤੇ ਬੈਠਾ ਮਸੀਹ ਦੀ ਮਹਿਮਾ 'ਚ ਆ, ਹਾਂ ਤੁਸੀਂ ਮੇਰੇ ਦੋਸਤ ਹੋ, ਮੇਰੇ ਨਾਲ ਕੰਮ ਕਰਦੇ ਹੋ, ਵਰਕਿੰਗ ਕਰਦੇ ਹੋ, ਲੇਕਿਨ ਮੈਂ ਅਲੱਗ ਆ। ਅਗਰ ਤੁਹਾਨੂੰ ਦਾਰੂ ਪੀਣ ਦੇ ਲਈ ਆਫਰ ਕਰਨ, ਤੁਸੀਂ ਉਹਨਾਂ ਨੂੰ ਮਨਾ ਕਰੋ। ਅਗਰ ਤੁਹਾਨੂੰ ਕਿਸੇ ਪਾਰਟੀ ਐਸੀ ਦੀ ਗਲਤ 'ਚ ਲਿਜਾਣ ਦੀ ਕੋਸ਼ਿਸ਼ ਕਰ ਰਹੇ, ਉਹਨਾਂ ਨੂੰ ਮਨਾ ਕਰੋ। ਅਵੇਅਰ ਰਹੋ, ਇੱਦਾਂ ਦੇ ਲੋਕਾਂ ਤੋਂ ਬਚੋ। ਹਾਂ, ਫਰੈਂਡ ਸਰਕਲ ਆਪਣਾ ਬਣਾ ਕੇ ਰੱਖੋ, ਕਿਉਂਕਿ ਵਰਕਿੰਗ ਆ, ਸੰਸਾਰ 'ਚ ਅਸੀਂ ਰਹਿੰਦੇ ਹਾਂ, ਲੇਕਿਨ ਆਪਣਾ ਪ੍ਰਭਾਵ ਉਹਨਾਂ 'ਤੇ ਛੱਡੋ। ਉਹਨਾਂ ਦਾ ਪ੍ਰਭਾਵ ਸਾਡੇ 'ਤੇ ਨਾ ਪੈਣ ਦਿਓ। ਕੁਝ ਲੋਕਾਂ ਦਾ ਕਹਿਣਾ ਕਿ ਕੋਈ ਗੱਲ ਨਹੀਂ ਜੀ, ਉਹ ਦਾਰੂ ਪੀ ਜਾਊਗਾ, ਅਸੀਂ ਕੋਕ ਪੀ ਜਾਵਾਂਗੇ, ਲੇਕਿਨ ਇੱਕ ਟਾਈਮ ਇੱਦਾਂ ਦਾ ਆਏਗਾ ਉਹ ਬੰਦਾ ਹੋ ਸਕਦਾ ਕੋਕ ਪੀਂਦਾ ਵਾ, ਤੁਸੀਂ ਦਾਰੂ ਪੀਂਦੇ ਹੋ। ਹਾਲੇਲੂਇਆ। ਲੋਕਾਂ ਦਾ ਕਹਿਣਾ, ਕਿਉਂਕਿ ਮੈਨੂੰ ਲੋਕ ਕਈ ਵਾਰੀ ਆ ਕੰਪਲੇਂਟ ਕਰਦੇ ਆ, ਗੱਲ ਕਰਦੇ ਆ ਕਿ ਬਸ ਜੀ ਤੁਸੀਂ ਇੱਦਾਂ ਕਹਿ ਦਿੰਦੇ ਆ, ਲੇਕਿਨ ਅਸੀਂ ਤਾਂ ਉਹਨਾਂ ਨਾਲ ਬੈਠ ਕੇ ਕੋਕ ਤੇ ਪੀ ਸਕਦੇ ਹਾਂ। ਲੇਕਿਨ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਕੋਕ ਵਾਲਾ ਅੱਜ ਬੰਦਾ ਕੱਲ ਨੂੰ ਡਰਿੰਕ ਕਰਦਾ ਹੋਏਗਾ, ਔਰ ਡਰਿੰਕ ਵਾਲਾ ਬੰਦਾ ਕੱਲ ਨੂੰ ਕੋਕ ਪੀਂਦਾ ਹੋ ਸਕਦਾ। ਹਾਲੇਲੂਇਆ। ਕਿਉਂ? ਕਿਉਂਕਿ ਉਹ ਬੰਦਾ ਚੇਂਜ ਹੋ ਸਕਦਾ, ਲੇਕਿਨ ਤੁਸੀਂ ਵਚਨ ਨੂੰ ਜਾਣਨ ਦੇ ਬਾਵਜੂਦ ਚੇਂਜ ਨਹੀਂ ਹੋਣੇ। ਹਾਲੇਲੂਇਆ। ਪਤਰਸ ਕਹਿੰਦਾ ਤੁਹਾਡੇ ਪਹਿਲਾਂ ਦੇ ਪਾਪ ਅੱਜ ਵਧੇ ਹੋਏ ਆ, ਕਿਉਂਕਿ ਤੁਸੀਂ ਖੁਦਾ ਦੇ ਵਚਨ ਨੂੰ ਜਾਣ ਕੇ ਵੀ ਦੁੱਗਣਾ ਪਾਪਾਂ 'ਚ। ਬਹੁਤ ਸਾਰੇ ਮਸੀਹ ਲੋਕ ਐਸੇ ਜਿਨ੍ਹਾਂ ਨੂੰ ਪਤਾ ਹਰ ਸੰਡੇ ਹਰ ਥਰਸਡੇ ਉਹ ਵਚਨ ਨੂੰ ਡੇਲੀ ਸੁਣਦੇ ਕਿ ਅਸੀਂ ਆਪਣੀ ਸੰਗਤੀ ਚੰਗੀ ਕਰਨੀ ਆ, ਅਸੀਂ ਮਸੀਹ ਦੇ ਪਿਆਰ ਨੂੰ ਔਰ ਉਹਦੀ ਜੋਤੀ ਨੂੰ ਲੋਕਾਂ ਦੇ ਪ੍ਰਗਟ ਕਰਨਾ, ਕਿਉਂਕਿ ਅਸੀਂ ਖੁਦ ਹੁਣ ਜੋਤੀ ਆ, ਖੁਦ ਹੁਣ ਅਸੀਂ ਨਮਕ ਆ, ਲੇਕਿਨ ਫਿਰ ਵੀ ਆਪਣੇ ਦੋਸਤਾਂ ਨੂੰ ਚੇਂਜ ਨਹੀਂ ਕਰਦੇ ਔਰ ਚਾਹੁੰਦੇ ਨਹੀਂ ਕਿ ਉਹਨਾਂ ਦੇ ਦੋਸਤ ਨਾਰਾਜ਼ ਹੋਣ। ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਜਾਂ ਤਾਂ ਤੁਸੀਂ ਆਪਣੇ ਦੋਸਤਾਂ ਨੂੰ ਖੁਸ਼ ਕਰੋਗੇ ਜਾਂ ਤੁਸੀਂ ਆਪਣੇ ਪਰਮੇਸ਼ਰ ਨੂੰ ਖੁਸ਼ ਕਰੋਗੇ। ਦੋਨਾਂ 'ਚੋਂ ਫੈਸਲਾ ਤੁਹਾਡਾ। ਪਰਮੇਸ਼ਰ ਦਾ ਵਚਨ ਦੱਸਦਾ ਕਿ ਮੈਂ ਤੇਰੇ ਅੱਗੇ ਜੀਵਨ ਔਰ ਮ੍ਰਿਤੂ ਦੋਨੇ ਰੱਖੇ, ਫੈਸਲਾ ਤੇਰਾ, ਤੂੰ ਕੀ ਚਾਹੁੰਦਾ। ਅਗਰ ਤੁਸੀਂ ਜੀਵਨ ਚੁਣੋਗੇ ਤਾਂ ਤੁਹਾਨੂੰ ਪਰਮੇਸ਼ਰ ਦੀ ਗੱਲਾਂ ਤੇ ਚੱਲਣਾ ਪਏਗਾ, ਪਰਮੇਸ਼ਰ ਦੇ ਨਾਲ ਮੇਲ ਮਿਲਾਪ ਕਰਨਾ ਪਏਗਾ, ਪਰਮੇਸ਼ਰ ਬੁੱਧੀਮਾਨ ਬਣਨਾ ਪਏਗਾ ਔਰ ਬੁੱਧੀਮਾਨਾਂ ਦੀ ਹੀ ਸੰਗਤੀ ਕਰਨੀ ਪਏਗੀ। ਮੂਰਖਾਂ ਦੇ ਪਾਪੀਆਂ ਦੀ ਸੰਗਤੀ ਕਰੋਗੇ ਤਾਂ ਨਾਸ਼ ਹੋਵੋਗੇ, ਫਸ ਜਾਓਗੇ ਇੱਕ ਦਿਨ। ਹਾਲੇਲੂਇਆ। ਤੇ ਆਪਣੇ ਬਹਾਨਿਆਂ ਤੋਂ ਬਹਾਨੇ ਲਾਉਣੇ ਬੰਦ ਕਰੋ ਔਰ ਖੁਦਾ ਦੇ ਅਗਰ ਤੁਸੀਂ ਸੱਚੇ ਪੁੱਤਾਂ ਨਾਲ ਅੱਜ ਹੀ ਤੌਬਾ ਕਰੋ ਔਰ ਅੱਜ ਤੋਂ ਆਪਣੇ ਦੋਸਤਾਂ ਨੂੰ, ਮਿੱਤਰਾਂ ਨੂੰ ਚੇਂਜ ਕਰੋ। ਅਗਰ ਤੁਸੀਂ ਉਹਨਾਂ ਦੇ ਵਿੱਚ ਰਹਿੰਦੇ ਆ ਤੇ ਆਪਣੀ ਆਦਤਾਂ ਨੂੰ ਬਦਲੋ ਉਹਨਾਂ ਦੇ ਨਾਲ ਰਹਿ ਕੇ, ਕਿ ਉਹਨਾਂ ਦਾ ਪ੍ਰਭਾਵ ਤੁਹਾਡੀ ਜ਼ਿੰਦਗੀ ਤੇ ਨਹੀਂ, ਤੁਹਾਡਾ ਪ੍ਰਭਾਵ, ਤੁਹਾਡਾ ਚਰਚ ਦਾ ਜੋ ਸੰਡੇ ਤੁਸੀਂ ਸਰਮਨ ਸੁਣਦੇ ਆ ਉਹਦਾ ਪ੍ਰਭਾਵ ਉਹਨਾਂ ਦੀਆਂ ਜ਼ਿੰਦਗੀਆਂ ਤੱਕ ਜਾਵੇ ਔਰ ਤੁਸੀਂ ਬਚਾਉਣ ਵਾਲੇ ਲੋਕ। ਹਾਲੇਲੂਇਆ। ਤੁਹਾਡੇ ਦੁਆਰਾ ਉਹ ਲੋਕ ਚੇਂਜ ਹੋਣ। ਉਹ 4 ਰੂਹਾਂ ਜੋ ਨਾਸ਼ ਹੋ ਰਹੀਆਂ, ਤੁਸੀਂ ਦੇਖ ਰਹੇ ਉਹਨਾਂ ਨੂੰ ਹਰ ਸੰਡੇ ਔਰ ਤੁਸੀਂ ਚਰਚ ਆਉਂਦੇ ਆ, ਲੇਕਿਨ ਉਹ 4 ਰੂਹਾਂ ਨਾਸ਼ ਹੋ ਰਹੀਆਂ। ਤੁਸੀਂ ਉਹਨਾਂ ਨੂੰ ਬਚਾਉਣ ਦੇ ਬਜਾਏ ਤੁਸੀਂ ਖੁਦ ਉਹਨਾਂ ਨਾਲ ਬੈਠ ਕੇ ਡਰਿੰਕ ਕਰਦੇ ਆ, ਤੇ ਤੁਹਾਡੇ ਲਈ ਸ਼ੇਮ ਆ, ਤੁਹਾਡੇ ਲਈ ਇੱਕ ਗਲਤ ਗੱਲ ਹੈ, ਕਿਉਂਕਿ ਤੁਸੀਂ ਖੁਦਾ ਦਾ ਪ੍ਰੇਮ ਉਹਨਾਂ ਨੂੰ ਸਾਬਿਤ ਨਹੀਂ ਕਰ ਰਹੇ, ਬਲਕਿ ਉਲਟਾ ਸ਼ੈਤਾਨ ਦੀ ਯੋਜਨਾ ਦੇ ਵਿੱਚ ਤੁਸੀਂ ਖੁਦ ਫਸ ਰਹੇ ਆ। ਔਰ ਇੱਕ ਦਿਨ ਐਸਾ ਹੋਏਗਾ, ਅੱਜ ਤੁਸੀਂ ਚਰਚ ਜਾਂਦੇ, ਕੱਲ੍ਹ ਤੁਸੀਂ ਚਰਚ ਛੱਡ ਵੀ ਸਕਦੇ, ਬੈਕ ਸਲਾਈਡ ਵੀ ਹੋ ਸਕਦੀ। ਕਿਉਂ? ਕਿਉਂਕਿ ਸੰਗਤ ਦਾ ਅਸਰ ਤੁਹਾਡੀ ਜ਼ਿੰਦਗੀ 'ਚ ਪਏਗਾ ਔਰ ਤੁਸੀਂ ਪੂਰੇ ਫਸੋਗੇ। ਮੇਰਾ ਪਰਮੇਸ਼ਰ ਦਾ ਜੋ ਵਚਨ ਦੇਣ ਦਾ ਇੱਕ ਖਾਸ ਮਕਸਦ ਇਹੀ ਆ ਕਿ ਮੈਂ ਨਹੀਂ ਚਾਹੁੰਦਾ ਕਿ ਕੱਲ੍ਹ ਨੂੰ ਦੀਨਾਂ ਦੇ ਵਾਂਗ ਤੁਹਾਡੀ ਇੱਕ ਮੂਰਖਤਾ ਦਾ ਲਿੱਤਾ ਹੋਇਆ ਫੈਸਲਾ ਮੂਰਖ ਵਿਅਕਤੀਆਂ ਦੇ ਨਾਲ ਰਹਿਣ ਦੇ ਕਾਰਨ ਤੁਹਾਡੀ ਲਾਈਫ ਔਰ ਤੁਹਾਡੇ ਪਰਿਵਾਰਾਂ ਦੇ ਵਿੱਚ ਇੱਕ ਟਰਬਲ ਦਾ ਕਾਰਨ ਬਣੇ। ਮੂਰਖਤਾ ਦਾ ਲਿੱਤਾ ਹੋਇਆ ਲੀਆ ਦੀ ਉਸ ਬੇਟੀ ਦੀਨਾ ਦਾ ਇੱਕ ਫੈਸਲਾ ਪੂਰੇ ਬਾਪ, ਪੂਰੇ ਘਰਾਣੇ, ਪੂਰੇ ਭਰਾਵਾਂ, ਪੂਰੇ ਕੁਟੁੰਬ ਨੂੰ ਇੱਕ ਟਰਬਲ ਦਾ ਕਾਰਨ ਬਣਾਉਂਦਾ। ਇਸ ਲਈ ਪਰਮੇਸ਼ਰ ਦਾ ਵਚਨ ਕਹਿੰਦਾ ਕਿ ਤੂੰ ਬੁੱਧੀਮਾਨਾਂ ਦੀ ਸੰਗਤੀ ਕਰ, ਬੁੱਧੀਮਾਨ ਅੱਛੇ ਦੋਸਤਾਂ ਦੀ ਸੰਗਤੀ ਕਰ ਜੋ ਤੁਹਾਨੂੰ ਖੁਦਾ ਦੇ ਵਚਨ ਦੇ ਪ੍ਰੇਰਿਤ ਕਰਨ, ਜੋ ਖੁਦ ਵਚਨ ਪੜ੍ਹਦੇ ਹੋ, ਜੋ ਪ੍ਰੇਰ ਕਰਦੇ ਹੋ, ਜੋ ਪਰਮੇਸ਼ਰ ਦੇ ਕੰਮ ਦੇ ਵਿੱਚ ਲੱਗੇ ਹੋ, ਉਹਨਾਂ ਦੀ ਸੰਗਤੀ ਕਰ ਕਿ ਤੂੰ ਵੀ ਉਹਨਾਂ ਵਰਗਾ ਬਣ ਜਾਏ, ਤੂੰ ਵੀ ਬੁੱਧੀਮਾਨ ਬਣ ਜਾਏ ਔਰ ਤੈਨੂੰ ਹਰ ਸਿਚੁਏਸ਼ਨ ਤੇ ਪਤਾ ਹੋਵੇ ਕਿ ਇਸ ਦੋਸਤ ਦੇ ਨਾਲ ਮੈਂ ਕਿੰਨਾ ਲੰਬਾ ਸਮਾਂ ਬਹਿਣਾ ਔਰ ਇਸ ਦੋਸਤ ਦੇ ਨਾਲ ਮੈਂ ਕਿੰਨਾ ਬਹਿਣਾ। ਇੱਕ ਦਾਰੂ ਪੀਣ ਵਾਲੇ ਬੰਦੇ ਨਾਲ ਮੇਰੀ ਕਿੰਨੀ ਔਰ ਕਿੱਦਾਂ ਦੀ ਫਰੈਂਡਸ਼ਿਪ ਹੋਣੀ ਚਾਹੀਦੀ ਆ, ਔਰ ਇੱਕ ਪ੍ਰੇਅਰ ਕਰਨ ਵਾਲੇ ਵਿਅਕਤੀ ਦੇ ਨਾਲ, ਬਾਈਬਲ ਪੜ੍ਹਨ ਵਾਲੇ, ਬਾਈਬਲ ਦੇ ਗਹਿਰਾ ਜਾਣਨ ਵਾਲੇ ਵਿਅਕਤੀ ਨਾਲ ਮੇਰੀ ਕਿੰਨੇ ਘੰਟੇ ਦੀ ਗੱਲਬਾਤ ਔਰ ਸੰਗਤੀ ਹੋਣੀ ਚਾਹੀਦੀ। ਹਾਲੇਲੂਇਆ। ਤੁਸੀਂ ਹੈਲੋ ਹਾਏ ਗੱਲਬਾਤ ਕਰ ਸਕਦੇ ਆ, ਲੇਕਿਨ ਲਿਮਿਟਡ। ਤੁਹਾਨੂੰ ਮਾਲੂਮ ਹੋਣਾ ਚਾਹੀਦਾ ਕਿ ਠੀਕ ਆ, ਓਕੇ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇੱਕ ਨਿਰਾਸ਼, ਇੱਕ ਗਿਰੇ ਹੋਏ, ਇੱਕ ਸ਼ਰਾਬੀ ਬੰਦਾ ਤੁਹਾਨੂੰ ਕੀ ਦੇ ਸਕਦਾ ਕਿ ਤੁਹਾਨੂੰ ਸਿਵਾਏ ਸ਼ਰਾਬ ਤੋਂ ਕੁਛ ਨਹੀਂ ਦੇ ਸਕਦਾ। ਲੇਕਿਨ ਇੱਕ ਆਤਮਿਕ ਬੰਦੇ ਕੋਲ ਜਦੋਂ ਤੁਸੀਂ ਬੈਠੋਗੇ, ਤੁਹਾਨੂੰ ਬਾਈਬਲ ਦੀ ਗਹਿਰੀਆਂ ਗੱਲਾਂ ਦੱਸ ਸਕਦਾ, ਤੁਹਾਨੂੰ
ਪ੍ਰੇਅਰ ਬਾਰੇ ਪ੍ਰੇਰਿਤ ਕਰ ਸਕਦਾ, ਤੁਹਾਨੂੰ ਉਪਵਾਸ ਰੋਜ਼ਿਆਂ ਬਾਰੇ ਜਾਣਕਾਰੀ ਦੇ ਸਕਦਾ ਕਿ ਤੁਸੀਂ ਇੱਦਾਂ ਚੱਲੋ, ਬਹੁਤ ਸਾਰੀ ਤੁਹਾਨੂੰ ਚੀਜ਼ਾਂ ਸਿਖਾ ਸਕਦਾ। ਤੁਸੀਂ ਸ਼ਰਾਬੀ ਕੋਲ ਬੈਠੋਗੇ, ਤੁਹਾਨੂੰ 10 ਤਰੀਕੇ 10 ਤਰ੍ਹਾਂ ਦੀਆਂ 100 ਤਰ੍ਹਾਂ ਦੀਆਂ ਕੁਆਲਿਟੀਆਂ ਦੱਸੇਗਾ ਕਿ ਦਾਰੂ ਪੀਣੀ ਕਿੰਨੀ ਚੰਗੀ ਹੈ। ਹਾਂ, ਡਾਕਟਰ ਵੀ ਕਹਿੰਦੇ ਥੋੜੀ ਪੀ ਲੈਣੀ ਚਾਹੀਦੀ ਹੈ। 10 ਤਰ੍ਹਾਂ ਦੀਆਂ ਤੁਹਾਨੂੰ ਕੁਆਲਿਟੀਆਂ ਦੱਸੇਗਾ ਸ਼ਰਾਬ ਪੀਣ ਦੀਆਂ। ਸ਼ਰਾਬੀ ਬੰਦਾ ਤੁਹਾਨੂੰ ਸਿਰਫ ਇਹੀ ਦੇ ਸਕਦਾ, ਲੇਕਿਨ ਇੱਕ ਖੁਦਾ ਦਾ ਬੰਦਾ, ਖੁਦਾ ਦੇ ਵਿੱਚ ਜੁੜਿਆ ਹੋਇਆ ਬੰਦੇ ਦੀ ਸੰਗਤੀ, ਬੁੱਧੀਮਾਨ ਦੀ ਸੰਗਤੀ ਕਰਨ ਨਾਲ ਅਸੀਂ ਅੱਗੇ ਨੂੰ ਵੱਧਦੇ ਹਾਂ, ਕਿਉਂਕਿ ਤੁਹਾਨੂੰ 10 ਤਰੀਕੇ ਦੱਸੇਗਾ ਪਰਮੇਸ਼ਰ ਦੇ ਵਿੱਚ ਫਿਰ ਅੱਗੇ ਵਧਣ। ਹਾਲੇਲੂਇਆ। ਇਹ ਫੈਸਲਾ ਤੁਹਾਡਾ ਕਿ ਤੁਸੀਂ ਅੱਗੇ ਕਿੱਦਾਂ ਵੱਧਦੇ ਆ, ਕਿਸ ਰੀਤੀ ਨਾਲ ਵੱਧਦੇ ਆ, ਬੁੱਧੀਮਾਨਾਂ ਦੀ ਸੰਗਤੀ ਕਰਦੇ ਆ ਨਹੀਂ ਕਰਦੇ, ਜਾਂ ਤੁਸੀਂ ਇੱਕ ਮੂਰਖ ਦਾ ਸਾਥੀ ਬਣ ਕੇ ਨਾਮ ਸੁਣੋ। ਹਾਲੇਲੂਇਆ। ਇਹ ਫੈਸਲਾ ਤੁਹਾਡਾ। ਮੇਰਾ ਵਰਡ ਜੋ ਪਰਮੇਸ਼ਰ ਨੇ ਮੈਨੂੰ ਦਿੱਤਾ, ਮੇਰਾ ਮਕਸਦ ਆ ਕਿ ਤੁਸੀਂ ਇਸ ਵਚਨ ਨੂੰ ਸੁਣੋ, ਰਿਪੀਟ ਤੇ ਸੁਣੋ, ਔਰ ਤੁਸੀਂ ਆਪਣੀ ਜ਼ਿੰਦਗੀਆਂ 'ਚ ਇੱਕ ਫੈਸਲਾ ਕਰੋ। ਹਾਲੇਲੂਇਆ। ਕਿਉਂਕਿ ਬਾਈਬਲ ਦੱਸਦੀ ਜਿਸ ਤਰ੍ਹਾਂ ਦੀਨਾ ਦੇ ਕਾਰਨ ਉਹਨਾਂ ਸਭ ਨੂੰ ਇੱਕ ਟਰਬਲ ਦਾ ਕਾਰਨ, ਉਹ ਦੀਨਾ ਇੱਕ ਟਰਬਲ ਦਾ ਕਾਰਨ ਬਣੀ, ਇੱਕ ਗਿਰਾਹਟ ਦਾ ਕਾਰਨ ਬਣੀ। ਅੱਜ ਤੁਸੀਂ ਆਪਣੇ ਆਸ-ਪਾਸ ਅਗਰ ਧਿਆਨ ਨਾਲ ਦੇਖੋ ਤਾਂ ਤੁਸੀਂ ਵੀ ਆਪਣੇ ਪਰਿਵਾਰ, ਆਪਣੇ ਬੱਚਿਆਂ, ਅਗਰ ਤੁਸੀਂ ਮੈਰਿਡ ਹੋ ਤਾਂ ਆਪਣੇ ਬੱਚਿਆਂ ਦੇ ਲਈ, ਆਪਣੇ ਪਰਿਵਾਰ ਦੇ ਲਈ ਗਿਰਾਵਟ ਦਾ ਕਾਰਨ ਬਣੇ। ਉਹ ਜੋ ਹੱਥ ਖੁਦਾ ਦਾ ਤੁਹਾਡੀ ਜ਼ਿੰਦਗੀਆਂ ਦੇ ਵਿੱਚ ਹੋਣਾ ਚਾਹੀਦਾ, ਉਹ ਤੁਹਾਡੀ ਜ਼ਿੰਦਗੀਆਂ 'ਚ ਨਹੀਂ। ਤੁਸੀਂ ਆਪਣੇ ਆਪ ਦੇਖੋ ਇਸ ਵਰਡ ਨੂੰ ਜਦੋਂ ਤੁਸੀਂ ਸੁਣ ਰਹੇ ਹੋ। ਅੱਜ ਮੇਰਾ ਵਿਸ਼ਵਾਸ ਹੈ ਪਵਿੱਤਰ ਆਤਮਾ ਨੂੰ ਗਾਈਡ ਕਰ ਰਹੀ ਹੈ। ਜਦੋਂ ਤੁਸੀਂ ਸੁਣ ਰਹੇ ਹੋ ਤੁਹਾਨੂੰ ਖੁਦ ਮਾਲੂਮ ਹੋ ਤੁਸੀਂ ਕਿੱਥੇ ਹੋ। ਦੂਜੇ ਗਵਾਹੀ ਤੇ ਗਵਾਹੀ ਲੈ ਰਹੇ, ਦੂਜਿਆਂ ਦੀ ਜ਼ਿੰਦਗੀ 'ਚ ਬਰਕਤ ਆ, ਕਿਉਂ? ਖੁਦਾ ਨਾਲ ਕਨੈਕਟਡ ਆ। ਬੁੱਧੀਮਾਨਾਂ ਦੀ ਸੰਗਤੀ ਕਰ ਰਹੇ ਹੋ। ਬੁੱਧੀਮਾਨ ਲੋਕਾਂ ਨਾਲ ਆਪਣਾ ਬੈਠਣਾ ਉੱਠਣਾ ਉਹਨਾਂ ਨੇ ਬਣਾਇਆ। ਉਹ ਜਾਣਦੇ ਆ ਕਿਸੇ ਵਿਅਕਤੀ ਨੂੰ ਕਿੰਨਾ ਸਮਾਂ ਦੇਣਾ, 1 ਘੰਟਾ ਦੇਣਾ, 2 ਘੰਟਾ ਦੇਣਾ। ਇੱਕ ਸ਼ਰਾਬੀ ਬੰਦੇ ਨੂੰ ਉਹਨਾਂ ਨੇ ਕਿੰਨਾ ਹੈਲੋ ਹਾਈ ਤੱਕ ਰੱਖਣਾ, ਜਾਂ ਕਿੰਨਾ। ਕੁਝ ਲੋਕ ਕਹਿੰਦੇ ਕਿ ਅਸੀਂ ਸ਼ਰਾਬੀਆਂ ਕੋਲ ਜਾਵਾਂਗੇ ਤਾਂ ਉਹਨਾਂ ਨੂੰ ਸੁਸਮਾਚਾਰ, ਚੰਗੀ ਗੱਲ ਆ ਸੁਸਮਾਚਾਰ ਸੁਣਾਉਣ, ਲੇਕਿਨ ਸੁਸਮਾਚਾਰ ਬਣਾ ਕੇ ਉੱਥੋਂ ਉੱਠੋ ਔਰ ਉਸ ਨੂੰ ਮਿਹਨਤ ਕਰਨ ਦਿਓ। ਮੈਂ ਬਹੁਤ ਸਾਰੇ ਲੋਕਾਂ ਕੋਲ ਸੁਣਦਾ ਕਿ ਨਹੀਂ ਜੀ ਸ਼ਰਾਬੀਆਂ ਕੋਲ ਕੋਈ ਜਾਊਗਾ ਨਹੀਂ ਤੇ ਪ੍ਰੀਚ ਕਿੱਦਾਂ ਵਧੇਗਾ, ਕੰਮ ਕਿੱਦਾਂ ਹੋਏਗਾ। ਅਸੀਂ ਕੰਮ ਕਰਨਾ ਚਾਹੁੰਦੇ, ਲੇਕਿਨ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕੰਮ ਕਰੋ ਖੁਦਾ ਦਾ। ਅਗਰ ਸ਼ਰਾਬੀ ਅਗਰ ਕੋਈ ਵੀ ਹੈ ਜਾਓ ਤੁਸੀਂ, ਕੋਈ ਦਿੱਕਤ ਨਹੀਂ, ਲੇਕਿਨ ਅਗਰ ਉਹਨਾਂ ਨੂੰ ਸੁਸਮਾਚਾਰ ਤੁਸੀਂ ਸੁਣਾ ਚੁੱਕੇ ਇੱਕ ਵਾਰ 2 ਵਾਰ, ਉੱਥੋਂ ਵਾਪਸ ਮੁੜੋ, ਬਾਰ-ਬਾਰ ਉਹਨਾਂ ਕੋਲ ਨਾ ਜਾਓ। ਬਾਈਬਲ ਇਹ ਵੀ ਕਹਿੰਦੀ ਕਿ ਪਰਮੇਸ਼ਰ ਦੇ ਵਚਨਾਂ ਨੂੰ ਸੂਰਾਂ ਦੇ ਅੱਗੇ ਨਾ ਸੁੱਟੋ। ਔਰ ਅਗਰ ਤੁਸੀਂ ਸੁਸਮਾਚਾਰ ਉਹਨਾਂ ਨੂੰ ਦੇ ਚੁੱਕੇ, 1 ਵਾਰ 2 ਵਾਰ ਦੇ ਚੁੱਕੇ ਆ, ਤੇ ਉਹਨਾਂ ਨੂੰ ਮੌਕਾ ਦਿਓ ਕਿ ਉਹ ਖੁਦ ਉੱਠਣ, ਖੁਦ ਸਟੈਂਡ ਹੋਣ ਔਰ ਖੁਦਾ ਦੇ ਘਰ 'ਚ ਆਉਣ, ਚਰਚ 'ਚ ਆਉਣ। ਉਹਨਾਂ ਨੂੰ ਸਭ ਪਹਿਲਾਂ ਤੁਸੀਂ ਦੱਸ ਚੁੱਕੇ ਆ, ਲੇਕਿਨ ਇਹ ਨਹੀਂ ਕਿ ਤੁਸੀਂ 2 ਘੰਟੇ ਬੈਠ ਕੇ ਉਹਨਾਂ ਨੂੰ ਉੱਥੇ ਸਮਝਾਉਣ ਲੱਗ ਜਾਓ। ਮੈਂ ਲੋਕਾਂ ਨੂੰ ਦੇਖਿਆ 2-2 ਘੰਟੇ ਬੈਠ ਕੇ ਉਹਨਾਂ ਨੂੰ ਸਮਝਾਉਂਦੇ, ਔਰ ਤੀਸਰੇ ਘੰਟੇ ਉਹ ਖੁਦ ਬੈਠੇ ਉੱਥੇ ਪੈਗ ਲਾ ਰਹੇ, ਕਿਉਂਕਿ ਮੈਂ ਪਰਸਨਲੀ ਚੀਜ਼ਾਂ ਖੁਦ ਦੇਖ ਚੁੱਕਾ। ਮੈਂ ਨਹੀਂ ਚਾਹੁੰਦਾ ਤੁਹਾਡੇ ਵਿੱਚੋਂ ਬਹੁਤ ਸਾਰੇ ਲੋਕ ਅੱਜ ਹੋਣਗੇ ਇੱਦਾਂ ਦੇ ਕੰਮ ਕਰਦੇ, ਲੇਕਿਨ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਆਪਣੇ ਇਹਨਾਂ ਕੰਮਾਂ ਤੋਂ ਮੁੜੋ, ਬਹਾਨਿਆਂ ਨੂੰ ਛੱਡੋ ਔਰ ਖੁਦਾ ਦੇ ਵੱਲ ਵਧੋ। ਅਗਰ ਤੁਸੀਂ ਚਾਹੁੰਦੇ ਹੋ ਕਿ ਪਰਮੇਸ਼ਰ ਦੀ ਗ੍ਰੇਸ, ਪਰਮੇਸ਼ਰ ਦਾ ਕੰਮ ਤੁਹਾਡੀ ਜ਼ਿੰਦਗੀ 'ਚ ਉਹ ਸਪੀਡ ਦੇ ਨਾਲ ਤੁਹਾਡੀ ਜ਼ਿੰਦਗੀ 'ਚ ਵੀ ਆਵੇ, ਤੇ ਅੱਜ ਤੋਂ ਬਾਅਦ ਆਪਣੀ ਸੰਗਤੀ ਨੂੰ ਅੱਛਾ ਕਰੋ, ਆਪਣੇ ਦੋਸਤਾਂ ਨੂੰ ਬੁੱਧੀਮਾਨੀ ਨਾਲ ਚੁਣੋ ਕਿ ਤੁਸੀਂ ਬੁੱਧੀਮਾਨ। ਮੇਰਾ ਵਿਸ਼ਵਾਸ ਹੈ ਕਿ ਅੱਜ ਵਚਨ ਤੁਹਾਡੀ ਜ਼ਿੰਦਗੀ ਦੇ ਵਿੱਚ ਕੰਮ ਕਰੇਗਾ, ਔਰ ਪਰਮੇਸ਼ਰ ਦੀ ਪੂਰੀ ਗ੍ਰੇਸ ਦੇ ਨਾਲ ਇਹ ਦਿੱਤਾ ਗਿਆ ਵਰਡ ਤੁਹਾਡੀ ਜ਼ਿੰਦਗੀ ਨੂੰ ਸੇਮ ਨਹੀਂ ਰਹਿਣ ਦੇਣਾ। ਆਪਣੇ ਹੱਥਾਂ ਨੂੰ ਉਠਾਓ, ਅੱਖਾਂ ਨੂੰ ਬੰਦ ਕਰੋ। ਮੇਰਾ ਵਿਸ਼ਵਾਸ ਹੈ ਕਿ ਪਿਤਾ ਪਰਮੇਸ਼ਰ ਜਿੰਨੇ ਲੋਕ ਇਸ ਵਰਡ ਨੂੰ ਸੁਣ ਰਹੇ, ਹਰ ਸ਼ਹਿਰ, ਦੇਸ਼, ਕੰਟਰੀ, ਨਗਰ ਤੋਂ ਖੁਦਾਵੰਦ ਇਹਨਾਂ ਦੇ ਜੀਵਨ ਦੇ ਵਿੱਚ ਜੀਵਿਤ ਵਚਨ ਦੀ ਸਾਮਰਥ ਜਾਏਗੀ, ਔਰ ਸੇਮ ਨਹੀਂ ਰਹਿਣਗੇ। ਪ੍ਰਭੂ ਯਿਸੂ ਮਸੀਹ ਦੇ ਸਾਮਰਥੀ ਨਾਮ ਦੇ ਵਿੱਚ ਅੱਜ ਤੋਂ ਤੁਹਾਡੀ ਲਾਈਫ ਚੇਂਜ। ਖੁਦਾਵੰਦ ਦਾ ਮਸਾ ਕਹਿ ਰਿਹਾ, ਅਭਿਸ਼ੇਕ ਤੁਹਾਡੇ ਉੱਤੇ ਆ ਰਿਹਾ, ਪਰਮੇਸ਼ਰ ਖੁਦਾ ਦਾ ਸਾਮਰਥ ਤੁਹਾਡੇ ਉੱਤੇ ਆ ਰਹੀ, ਔਰ ਤੁਸੀਂ ਅੱਜ ਤੋਂ ਬਾਅਦ ਆਪਣੀ ਸੰਗਤੀ ਨੂੰ ਚੇਂਜ ਕਰੋਗੇ। ਸ਼ਰਾਬ ਨੂੰ, ਨਸ਼ੇ ਨੂੰ ਤਿਆਗ ਕੇ ਖੁਦਾਵੰਦ ਨੂੰ ਵਾਪਸੀ ਕਰੋਗੇ, ਤੌਬਾ ਕਰੋਗੇ, ਔਰ ਖੁਦਾਵੰਦ ਦਾ ਤੁਹਾਨੂੰ ਤੌਬਾ ਕਰਨ ਦਾ ਮੌਕਾ ਦੇਗਾ। ਔਰ ਯਿਸੂ ਦੇ ਨਾਮ ਦੇ ਵਿੱਚ ਮੈਂ ਤੁਹਾਨੂੰ ਚੰਗਾ ਫੇਰ ਕੋਸ਼ਿਸ਼ ਕਰਾਂਗਾ, अच्छी संगति के नाम ब्लेस कर यीशु के नाम। थैंक यू, गॉड ब्लेस यू। फिर तो मिलेंगे परमेश्वर की जीवित हुजूरी दे जिस भी शहर, जिस भी नगर को आप अपनी देश अपनी स्पेशल सीट ऑनलाइन माध्यम के जरिए भी भेज सकते हो। ऑनलाइन माध्यम के भेजने के लिए आपके टीवी स्क्रीन के सामने पेटीएम QR कोड आपको दिखाई दे रहा है। आप बहुत ही ईजिली तरीके से इस ऐप के ज़रिए आप अपनी ऑफरिंग, अपनी विश्वास, अपने शुक्रनामों, अपनी भेंटों को इस ऐप के ज़रिए आप भेज सकते हैं। आपको सिर्फ इस टीवी स्क्रीन के ऊपर दिखाए जा रहे QR कोड को स्कैन करना है। आप डायरेक्ट चर्च के बैंक अकाउंट में अपनी ऑफरिंग, अपने विश्वास, अपने भेंटों को सीधा बैंक अकाउंट में डाल सकते हैं। और जैसा कि परमेश्वर के वचन में लिखा है, सारे विश्वास, सारी भेंटें मेरे भवन में ले आओ, ताकि मेरे भवन में किसी भी चीज़ की कमी ना हो,
ऐसा कर मुझे परखो कि मैं आकाश के झरोखे तुम्हारे लिए खोलकर तुम्हारे ऊपर अपरंपार आशीष की वर्षा करता हूँ या नहीं। तो अपने सीड, अपनी ऑफरिंग के साथ आपने इस परमेश्वर के भवन में बोने के लिए तैयार रहना है। आप अपनी ऑफरिंग, अपने सीड को आप भेज सकते हो इस माध्यम के ज़रिए। आप अपनी ऑफरिंग के रिलेटेड और जानकारी के लिए आप नीचे दिए गए नंबर पर कांटेक्ट भी कर सकते हैं। 8872160524 पर आप कांटेक्ट कर सकते हैं, हमें व्हाट्सएप भी कर सकते हैं।